ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਮ ਆਦਿਕ ਤੇ ਅਪਰ ਜੋ ਮਾਸੋਂ ਸਪੇ ਹੋਏ। ਬਿਨਾ ਮਾਸ ਨਹਿ ਹੈ ਕਛੂ ਹੋਏ। ਤਾ ਉਚਰਹੁ ਕੋਇ ਗਹਿ ਵਿਰਾਗ ਜੇ ਉਰ ਬਿਖੈ। ਸਤਿਗੁਰ ਕੇ ਢਿੜਕ ਜਾਏ। ਜਨਮ ਆਦਿਕ ਤੇ ਅਪਰ ਜੋ ਮਾਸੋਂ ਸਭੇ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਕੱਲ੍ਹ ਦੇ ਉਪਦੇਸ਼ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਵਿੱਚ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ ਕਿ ਪਹਿਲਾ ਮਾਸੋ ਨਿੰਮਿਆ ਮਾਸੈ ਅੰਦਰ ਸਾਸ। ਪਹਿਲਾ ਮਾਸੋ ਨਿੰਮਿਆ ਮਾਸੈ ਅੰਦਰ ਵਾਸ। ਜਿਉ ਪਾਏ ਮਾਸ ਮੋਹਿ ਮਿਲਿਆ ਹੱਡ ਚੰਮ ਤਨ ਮਾਸ। ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਅੱਗੇ ਸਰਵਣ ਕਰੀਏ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਕੇ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ ਰਹੇ ਹਨ। ਜਨਮ ਆਦਿਕ ਤੇ ਅਪਰ ਜੋ ਮਾਸੋਂ ਸਭੇ ਹੋਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪੰਡਿਤ ਜਨੋਂ ਜਦੋਂ ਜੀਵ ਦਾ ਜਨਮ ਹੁੰਦਾ ਹੈ ਜਨਮ ਆਦਿਕ ਤੇ ਅਪਰ ਸਭ ਅਪਰ ਜੋ ਵੀ ਜੀਵ ਜਨਮ ਤੋਂ ਪੈਦਾ ਹੁੰਦੇ ਹਨ ਮਾਸੋ ਸਭੋ ਹੋਏ। ਸਾਰੇ ਜੀਵ ਮਾਸ ਤੋਂ ਹੀ ਪੈਦਾ ਹੁੰਦੇ ਨੇ। ਬਿਨਾ ਮਾਸ ਨਹਿ ਹੈ ਕਛੂ ਹੋਏ। ਤਾ ਉਚਰਹੁ ਕੋਇ। ਪੰਡਿਤ ਜਨੋਂ ਬਿਨਾ ਮਾਸ ਤੋਂ ਕੁਝ ਵੀ ਨਹੀਂ ਹੈ। ਜੇ ਕੁਝ ਹੈ ਤਾਂ ਉਹ ਸਾਨੂੰ ਉਚਾਰਨ ਕਰਕੇ ਸੁਣਾਉਣਾ ਕਰੋ ਜੀ। ਗਹਿ ਵਿਰਾਗ ਜੇ ਉਰ ਬਿਖੈ। ਸਤਿਗੁਰ ਕੇ ਢਿਗ ਜਾਏ। ਜੇ ਪੂਰੇ ਸਤਿਗੁਰੂ ਜੀ ਦੇ ਪਾਸ ਜਾ ਕੇ ਜੀਵ ਹਿਰਦੇ ਦੇ ਵਿੱਚ ਵੈਰਾਗ ਧਾਰਨ ਕਰ ਲਵੇ। ਤਾਂ ਕੋ ਦੇ ਉਪਦੇਸ਼ ਜਬ ਭੇਦਹਿ ਸਰਬ ਲਖਾਏ। ਜਦੋਂ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਐਸੇ ਗੁਰੂ ਕੇ ਸਿੱਖ ਨੂੰ ਉਪਦੇਸ਼ ਬਖਸ਼ਦੇ ਨੇ ਨਾ ਤੇ ਸਾਰਾ ਹੀ ਭੇਦ ਜਣਾ ਦਿੰਦੇ ਨੇ। ਫਿਰ ਉਹਦੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਜਾਂਦਾ ਹੈ, ਗਿਆਨ ਪ੍ਰਾਪਤ ਹੋ ਜਾਂਦਾ ਤੇ ਫਿਰ ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਪਰਿਪੂਰਨ ਦਿਖਾਈ ਦਿੰਦਾ ਹੈ। ਜਿਵੇਂ ਭਗਤ ਨਾਮਦੇਵ ਜੀ ਇੱਕ ਵਾਰ ਝੁੱਗੀ ਬਣਾਉਣ ਵਾਸਤੇ ਸਵੇਰ ਦੇ ਸਮੇਂ ਕਾਨੇ ਵੱਢਣ ਗਏ, ਕਾਈ ਵੱਢਣ ਗਏ। ਧੁੰਦ ਜੋ ਤਰੇਲ ਬਹੁਤੀ ਜ਼ਿਆਦਾ ਪਈ ਹੋਈ ਸੀ ਤੇ ਉਹਨਾਂ ਦੇ ਵਿੱਚੋਂ ਜਦੋਂ ਪਾਣੀ ਚੋਣ ਲੱਗਾ, ਕਾਨੇ ਜਦੋਂ ਵੱਢੇ, ਸਰਕੜਾ ਵੱਢਿਆ ਤੇ ਉਹਦੇ ਵਿੱਚੋਂ ਜਦੋਂ ਪਾਣੀ ਚੋਣ ਲੱਗਾ ਤੇ ਕਹਿਣ ਲੱਗੇ ਇਹਦੇ ਵਿੱਚ ਵੀ ਜਾਨ ਆ। ਇਸ ਕਰਕੇ ਉਹਨੂੰ ਵੀ ਵੱਢਣਾ ਛੱਡ ਦਿੱਤਾ ਸੀ ਭਗਤ ਨਾਮਦੇਵ ਜੀ ਨੇ। ਗੁਰੂ ਕੇ ਪਿਆਰਿਓ, ਭਾਵੇਂ ਸਵੇਰ ਦੇ ਸਮੇਂ ਤਰੇਲ ਦੇ ਨਾਲ ਹੀ ਪਾਣੀ ਚੋਂਦਾ ਸੀ ਉਹਦੇ ਵਿੱਚੋਂ, ਭਗਤ ਨਾਮਦੇਵ ਜੀ ਨੂੰ ਐਵੇਂ ਮਹਿਸੂਸ ਹੋਇਆ ਕਿ ਇਹਦੇ ਵਿੱਚ ਵੀ ਜਾਨ ਹੈ, ਇਹਨੂੰ ਵੀ ਨਹੀਂ ਵੱਢਣਾ ਚਾਹੀਦਾ। ਤੋ ਭਗਤ ਨਾਮਦੇਵ ਜੀ ਨੂੰ ਇਤਿਹਾਸ ਦੇ ਵਿੱਚ ਲਿਖਿਆ ਕਿ 72 ਵਾਰ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਹੋਏ। ਇੱਕ ਵਾਰ ਜਦੋਂ ਕੁੱਤੇ ਦਾ ਰੂਪ ਧਾਰਨ ਕਰਕੇ, ਕੂਕਰ ਦਾ ਰੂਪ ਧਾਰਨ ਕਰਕੇ ਪਰਮਾਤਮਾ ਨੇ ਭਗਤ ਨਾਮਦੇਵ ਜੀ ਦੀ ਪਰਖ ਲੈਣ ਵਾਸਤੇ ਜੋ ਪ੍ਰਸ਼ਾਦੇ ਪਕਾ ਰਹੇ ਸਨ, ਪ੍ਰਸ਼ਾਦੇ ਪਕਾ ਕੇ ਦੌੜ ਗਏ, ਭੱਜ ਗਏ ਤੇ ਭਗਤ ਨਾਮਦੇਵ ਜੀ ਮੱਖਣ ਵਾਲਾ ਕੌਲਾ ਪਿੱਛੇ ਲੈ ਕੇ ਭੱਜੇ ਕਿ ਪਰਮਾਤਮਾ ਜੀ ਉਹ ਕਿਰਪਾ ਕਰੋ, ਮੈਂ ਤੁਹਾਨੂੰ ਪਛਾਣ ਲਿਆ ਏ। ਜੇ ਤੁਸੀਂ ਪ੍ਰਸ਼ਾਦੇ ਛਕਣੇ ਨੇ ਤੇ ਚੋਪੜ ਕੇ ਛਕੋ, ਆ ਮੱਖਣ ਲਾ ਕੇ ਮੈਂ ਤੁਹਾਨੂੰ ਛਕਾਉਣਾ। ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਿਆਰ ਹੈ ਨਾ, ਭਾਵਨਾ ਹੈ, ਤੇ ਜਿਨ੍ਹਾਂ ਨੂੰ ਭੇਦ ਜਣਾ ਦਿੱਤਾ ਹੈ ਪੂਰੇ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ, ਉਹਨਾਂ ਨੂੰ ਜਰਰੇ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ।
ਤੇ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਪਰਿਪੂਰਨ ਜਾਣਦੇ ਨੇ। ਜੀਵ ਘਾਤ ਤਾਂ ਉਹਨਾਂ ਨੇ ਕੀ ਕਰਨਾ, ਸਾਰੇ ਜੀਵਾਂ ਦੇ ਵਿੱਚ ਪ੍ਰਮਾਤਮਾ ਨੂੰ ਜਾਣਦੇ ਨੇ। ਤੇ ਤਾਂ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਜੋ ਸਭ ਮਹਿ ਏਕ ਖੁਦਾਏ ਕਹਿਤ ਹੋ, ਜੋ ਸਭ ਮਹਿ ਏਕ ਖੁਦਾਏ ਕਹਿਤ ਹੋ, ਤੋ ਕਿਉ ਮੁਰਗੀ ਮਾਰੇ। ਤਾਂ ਫਿਰ ਕਿਉਂ ਮੁਰਗੀ ਨੂੰ ਮਾਰਦੇ ਹੋ? ਮੁਰਗੀ ਦੀ ਧੌਣ ਕਾਜੀਆ ਕਿਉਂ ਮਰੋੜਦਾ ਹੈ ਜੇ ਸਾਰਿਆਂ ਦੇ ਵਿੱਚ ਇੱਕ ਖੁਦਾ ਪਰਿਪੂਰਨ ਹੈ। ਤਨ ਕੋ ਜਾਣਹਿ ਭਿੰਨ, ਪੁਨ ਚੇਤਨ ਭਿੰਨ ਦਿਖਾਏ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਤਨ ਕਉ ਜਾਣਹਿ ਭਿੰਨ, ਪੁਨ ਚੇਤਨ ਭਿੰਨ ਲਖਾਏ। ਤਨ ਨੂੰ ਵੱਖਰਾ ਜਾਣਦੇ ਨੇ, ਪਰਮਾਤਮਾ ਦੇ ਪਿਆਰੇ ਤਨ ਨੂੰ ਵੱਖਰਾ ਜਾਣਦੇ ਨੇ। ਨਾਮ ਅਭਿਆਸ ਕਰਕੇ ਇੰਨੀ ਬਿਰਤੀ ਅਰੂੜ ਹੋ ਜਾਂਦੀ ਹੈ, ਉਹਨਾਂ ਦੀ ਸੁਰਤੀ ਬਿਰਤੀ ਪ੍ਰਮਾਤਮਾ ਦੇ ਨਾਲ ਜੁੜੀ ਹੁੰਦੀ ਤੇ ਤਨ ਨੂੰ ਉਹ ਵੱਖਰਾ ਜਾਣਦੇ ਨੇ। ਤੋ ਇਸ ਪ੍ਰਕਾਰ ਸਰੀਰ ਤੋਂ ਉਹ ਵੱਖਰੇ ਹੋ ਜਾਂਦੇ ਨੇ। ਜਿਵੇਂ ਜੋ ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ ਜਾ ਰਹੇ ਸਨ ਤੇ ਮਨੀ ਸਿੰਘ ਜੀ ਭਾਵ ਕੇ ਅਲੱਗ ਬੈਠ ਕੇ ਆਪਣੇ ਸਰੀਰ ਦੇ ਕੱਟੇ ਹੋਏ ਟੁਕੜਿਆਂ ਨੂੰ ਦੇਖ ਰਹੇ ਸਨ ਤੇ ਉਹਨਾਂ ਦੇ ਜੋ ਮਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਸੀ, ਸੁਰਤੀ ਬਿਰਤੀ ਜੁੜੀ ਹੋਈ ਸੀ ਤੇ ਇਸ ਕਰਕੇ ਉਹ ਟੁਕੜਿਆਂ ਦੇ ਵਿੱਚੋਂ ਵੀ ਆਵਾਜ਼ ਆਈ ਜਾ ਰਹੀ ਸੀ, ਕਿਉਂਕਿ ਰੋਮ ਰੋਮ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਸੀ। ਤਨ ਤੇ ਜਾਣਹਿ ਭਿੰਨ, ਹਾਂਜੀ ਅੱਗੇ ਪੁਨ ਚੇਤਨ ਭਿੰਨ ਦਿਖਾਏ। ਹੁਣ ਫੇਰ ਚੇਤਨ ਸਤਾ ਨੂੰ ਵੀ ਭਿੰਨ ਵੱਖਰਾ ਦਿਖਾ ਦਿੰਦੇ ਨੇ। ਉਹ ਸਤ ਆਤਮਾ ਜਾਣਹੀ ਦੇਹ ਅਨਿਤ ਸਦਾਏ। ਤੋ ਆਤਮਾ ਹੈ ਨਾ ਜਿਹੜੀ, ਇਹਨੂੰ ਸੱਚ ਰੂਪ ਜਾਣਦੇ ਨੇ। ਦੇਹ ਅਨਿਤ ਸਦਾਏ, ਤੇ ਇਹ ਸਦਾ ਜਾਣਦੇ ਨੇ ਕਿ ਜਿਹੜੀ ਦੇਹੀ ਹੈ ਨਾ, ਪੰਜ ਭੌਤਿਕ ਦੇਹੀ, ਇਹ ਅਨਿਤ ਹੈ, ਭਾਵ ਕਿ ਮਿਥਿਆ ਹੈ, ਝੂਠੀ ਹੈ। ਸਤ ਅਸਤ ਸੰਬੰਧ ਜੋ ਕਛੂ ਨਾ ਜਾਣਹੁ ਕੋਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸਤ ਤੇ ਅਸਤ ਦਾ, ਸਤ ਤੇ ਝੂਠ ਦਾ, ਸੱਚ ਤੇ ਝੂਠ ਦਾ ਸੰਬੰਧ ਕੁਝ ਵੀ ਨਹੀਂ ਹੈ, ਇਹ ਜਾਣ ਲੈਣਾ ਕਰੋ। ਜੈਸੇ ਸਵਿਤਾ ਤਿਮਰ ਕੋ ਨੇਰ ਨਾ ਕਬਹੂ ਹੋਏ। ਜਿਵੇਂ ਰਾਤ ਜੈਸੇ ਸਵਿਤਾ ਤਿਮਰ ਕੋ, ਜਿਵੇਂ ਸੂਰਜ ਤੇ ਰਾਤ ਦਾ, ਹਨੇਰੇ ਦਾ ਕੋਈ ਵੀ ਸੰਬੰਧ ਨਹੀਂ ਹੈ। ਜਦੋਂ ਰਾਤ ਖਤਮ ਹੁੰਦੀ ਹੈ, ਸੂਰਜ ਉਸ ਸਮੇਂ ਸੂਰਜ ਆ ਜਾਂਦਾ ਹੈ ਤੇ ਜਦੋਂ ਸੂਰਜ ਛਿਪਦਾ ਹੈ ਤੇ ਉਸੇ ਵੇਲੇ ਰਾਤ ਆ ਜਾਂਦੀ ਹੈ। ਇਹ ਇਕੱਠੇ ਨਹੀਂ ਆ ਸਕਦੇ ਦੋਨੋਂ। ਜੋ ਜਦੋਂ ਸੂਰਜ ਦੇ ਛਿਪਣ ਦਾ ਟਾਈਮ ਹੋਵੇ, ਸੂਰਜ ਦੇ ਅਸਤ ਹੋਣ ਦਾ ਟਾਈਮ ਹੋ ਜਾਵੇ ਤੇ ਉਸੇ ਵੇਲੇ ਰਾਤ ਆਪਣਾ ਹਨੇਰਾ ਪਸਾਰ ਦਿੰਦੀ ਹੈ। ਜਦੋਂ ਸੂਰਜ ਦਾ ਚਾਨਣ ਹੋਵੇ, ਉਸ ਸਮੇਂ ਰਾਤ ਨਹੀਂ ਪ੍ਰਭਾਵ ਪਾ ਸਕਦੀ, ਹਨੇਰਾ ਪ੍ਰਭਾਵ ਨਹੀਂ ਪਾ ਸਕਦਾ। ਤੋ ਇਸ ਪ੍ਰਕਾਰ ਇਹਨਾਂ ਦਾ ਵੀ ਮਿਲਾਪ ਨਹੀਂ ਹੈ। ਫਿਰ ਦੁਬਾਰਾ ਪੜ੍ਹਦੇ ਹੋਏ ਉਹ ਪੰਕਤੀ। ਜੈਸੇ ਸਵਿਤਾ ਤਿਮਰ ਕੋ ਨੇਰ ਨਾ ਕਬਹੂ ਹੋਏ। ਜਿਵੇਂ ਰਾਤ ਤੇ ਦਿਨ ਦਾ ਮਿਲਾਪ ਨਹੀਂ ਹੁੰਦਾ, ਸੂਰਜ ਤੇ ਰਾਤ ਦਾ ਮਿਲਾਪ ਨਹੀਂ ਹੁੰਦਾ। ਸੂਰਜ ਦੁਨੀਆ ਦੇ ਉੱਪਰ ਚਾਨਣ ਫੈਲਾਉਂਦਾ ਹੈ ਤੇ ਰਾਤ ਹੈ ਜਿਹੜੀ ਉਹ ਹਨੇਰਾ ਫੈਲਾ ਦਿੰਦੀ ਹੈ। ਆਪਹੁ ਕੋ ਨਾ ਜਾਣਈ ਬਿਨ ਸਤਿਗੁਰ ਉਪਦੇਸ਼। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਆਪੋ ਕੋਈ ਨਹੀਂ ਜਾਣ ਸਕਦਾ। ਜੇ ਆਪਣੇ ਅਨੇਕਾਂ ਹੀ ਯਤਨ ਕਰੇ ਜੀਵ ਕਿ ਮੈਂ ਗਿਆਨ ਪ੍ਰਾਪਤ ਕਰ ਲਵਾਂ, ਨਹੀਂ ਕਿਸੇ ਵੀ ਪ੍ਰਕਾਰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਆਪਹੁ ਕੋਇ ਨਾ ਜਾਣਹੀ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਆਪਣੇ ਆਪ ਕੋਈ ਵੀ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ, ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਇਸ ਪ੍ਰਕਾਰ ਕਹਿ ਸਭਨ ਕੋ ਤੂਸ਼ਨ ਭੇ ਜਗਤੇਸ਼। ਇਸ ਪ੍ਰਕਾਰ ਸਾਰੇ ਹੀ ਬ੍ਰਾਹਮਣਾਂ ਨੂੰ ਬਚਨ ਕਹਿ ਕੇ
ਤੇ ਜਗਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੁੱਪ ਧਾਰਨ ਕਰ ਲਈ। ਪੰਡਿਤ ਸੰਨਿਆਸੀ ਬਹੁਤ ਉੱਤਰ ਆਏ ਨਾ ਕੋਏ। ਸਭਾ ਦੇ ਵਿੱਚ ਬੜੇ ਬੈਠੇ ਹੋਏ ਨੇ, ਵਿਦਵਾਨ ਪੰਡਿਤ ਬੈਠੇ ਹੋਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਗ੍ਰੰਥ ਪੜ੍ਹੇ ਹੋਏ ਨੇ, ਸੰਨਿਆਸੀ ਬੈਠੇ ਹੋਏ ਨੇ, ਬਾਨ ਪ੍ਰਸਤੀ ਬੈਠੇ ਹੋਏ ਨੇ, ਬੜੇ ਆਪਣੇ ਆਪ ਨੂੰ ਵੱਡੇ ਮਹਾਤਮਾ ਕਹਾਉਣ ਵਾਲੇ ਬੈਠੇ ਹੋਏ, ਪਰ ਉੱਤਰ ਕਿਸੇ ਨੂੰ ਨਹੀਂ ਆਉਂਦਾ, ਕਿਉਂਕਿ ਸਤਿਗੁਰੂ ਜੀ ਨੇ ਐਸੇ ਉੱਚੇ ਸੁੱਚੇ ਬਚਨ ਉਚਾਰਨ ਕੀਤੇ। ਪਿਖ ਹੈ ਪਰਸ ਪਰ ਬਦਨ ਨਿਜ ਸਨਮੁਖ ਹੋਏ ਨਾ ਸੋਏ। ਸਾਹਮਣੇ ਕੋਈ ਨਹੀਂ ਹੁੰਦਾ, ਇੱਕ ਦੂਜੇ ਦੇ ਮੂੰਹ ਵੱਲ ਦੇਖੀ ਜਾ ਰਹੇ ਹਨ। ਸੰਨਿਆਸੀ ਨਿਜ ਕਹਿਤ ਭੇ ਕੇਤਿਕ ਕਾਲ ਬਿਤਾਏ। ਕਿੰਨਾ ਕੁ ਸਮਾਂ ਜਦੋਂ ਪੂਰਾ ਹੋ ਗਿਆ ਤੇ ਕਿੰਨੇ ਕੁ ਸਮੇਂ ਪੂਰੇ ਹੋਣ ਤੋਂ ਬਾਅਦ ਜਿਹੜੇ ਸੰਨਿਆਸੀ ਸਨ ਉਹ ਕਹਿਣ ਲੱਗੇ ਨੇ, ਨਾਨਕ ਚੰਦ ਪੰਡਿਤ ਬੜੋ ਤੈ ਜੀਤਿਓ ਜਗ ਜਾਏ। ਨਾਨਕ ਚੰਦ ਪੰਡਤ ਨੂੰ ਕਹਿਣ ਲੱਗੇ ਕਿ ਨਾਨਕ ਚੰਦ ਪੰਡਤ ਤੂੰ ਬਹੁਤ ਵੱਡਾ ਪੰਡਤ ਹੈ, ਵਿਦਵਾਨ ਹੈ ਤੇ ਸਾਰੇ ਜਗਤ ਦੇ ਉੱਪਰ ਦਿਗ ਵਿਜੈ ਕੀਤੀ ਹੈ, ਸਾਰੇ ਜਗਤ ਨੂੰ ਤੂੰ ਜਿੱਤਿਆ ਹੈ। ਇਸ ਫਕੀਰ ਕੈ ਸਾਹਮਣੇ ਚਰ ਚਾਕਿਓ ਨਾ ਕਰੰਤ। ਹਾਂ, ਚਰਚਾ ਕਿਉਂ ਨਾ ਕਰੰਤ, ਚਰਚਾ ਇਕੱਠਾ। ਇਹ ਜੋ ਕਹਿਣ ਲੱਗੇ ਕਿ ਨਾਨਕ ਚੰਦ ਤੂੰ ਇਸ ਫਕੀਰ ਦੇ ਸਾਹਮਣੇ ਚਰਚਾ ਕਿਉਂ ਨਹੀਂ ਕਰਦਾ, ਕਿਉਂਕਿ ਤੂੰ ਤਾਂ ਬਹੁਤ ਜ਼ਿਆਦਾ ਗ੍ਰੰਥ ਪੜ੍ਹੇ ਨੇ, ਵੱਡੇ ਵੱਡੇ ਵਿਦਵਾਨਾਂ ਨੂੰ ਚਰਚਾ ਕਰਕੇ ਤੂੰ ਜਿੱਤ ਲਿਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਜਿੱਤਿਆ ਉਹਨਾਂ ਦੇ ਸਾਰਿਆਂ ਦੇ ਗ੍ਰੰਥ ਖੋਹ ਲਏ, ਦਿਗ ਵਿਜੈ ਕੀਤੀ ਹੈ, ਤੂੰ ਸਾਰਿਆਂ ਨੂੰ ਜਿੱਤ ਲਿਆ ਹੈ ਤੇ ਹੁਣ ਇਹਨਾਂ ਦੇ ਅੱਗੇ ਤੈਨੂੰ ਜਵਾਬ ਕਿਉਂ ਨਹੀਂ ਆਉਂਦਾ। ਬੇਤਾ ਅਗਮਾ ਨਿਗਮ ਕੋ ਸਭ ਹਨ ਮੈਂ ਮਤਵੰਤ। ਭੂਤ ਭਵਿੱਖ ਵਰਤਮਾਨ ਸਮੇਂ ਦਾ ਬੇਤਾ ਹੈ ਤੇ ਜਿਹੜੇ ਵੇਦ ਪੁਰਾਣ ਨੇ, ਵੇਦ ਪੁਰਾਣਾਂ ਦਾ ਵੇਤਾ ਹੈ ਤੂੰ, ਵੇਦ ਪੁਰਾਣਾਂ ਨੂੰ ਜਾਣਨ ਵਾਲਾ ਹੈ, ਵੇਦ ਪੁਰਾਣਾਂ ਦਾ ਅਧਿਐਨ ਕੀਤਾ ਹੈ ਤੂੰ ਤੇ ਹਾਂਜੀ ਵੇਦ ਪੁਰਾਣਾਂ ਦਾ ਅਧਿਐਨ ਕੀਤਾ। ਅੱਧੀ ਪੰਕਤੀ ਹੋਰ ਪੜ੍ਹੋ। ਵੇਤਾ ਅਗਮਾ ਨਿਗਮ ਕੋ ਸਭਨ ਮੈਂ ਮਤਵੰਤ। ਸਾਰਿਆਂ ਦੇ ਵਿੱਚ ਮਤ ਵਾਲਾ ਹੈ, ਸ੍ਰੇਸ਼ਟ ਜੋ ਬਖਤਾ ਹੈ, ਵੇਦ ਪੁਰਾਣਾਂ ਨੂੰ ਪੜ੍ਹਨ ਵਾਲਾ ਹੈ। ਤੋ ਇਹ ਸਾਰੇ ਹੀ ਵੇਦ ਪੁਰਾਣ ਤੂੰ ਪੜ੍ਹੇ ਹੋਏ ਨੇ, ਹੁਣ ਸਾਰਿਆਂ ਦੇ ਵਿੱਚ ਉੱਚੀ ਮਤ ਵਾਲਾ ਹੈ, ਤੂੰ ਜਵਾਬ ਕਿਉਂ ਨਹੀਂ ਦਿੰਦਾ ਹੁਣ। ਜੋ ਪਈ ਸੁਨ ਕਰ ਨਾਨੂ ਪੰਡਿਤ ਤਬਹੀ। ਤਦੋਂ ਨਾਨੂ ਪੰਡਤ ਉਹ ਸੰਨਿਆਸੀਆਂ ਦੀਆਂ ਗੱਲਾਂ ਸੁਣ ਕੇ ਬੋਲਿਓ ਸਭਨ ਪ੍ਰੇਰਿਓ ਜਬਹੀ। ਜਦੋਂ ਸਾਰਿਆਂ ਨੇ ਪ੍ਰੇਰਿਆ ਤੇ ਸਾਰਿਆਂ ਦਾ ਪ੍ਰੇਰਿਆ ਹੋਇਆ ਬੋਲਣ ਲੱਗਾ, ਕਹਿਣ ਲੱਗਾ, ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਤਾਪ, ਸਤਿਗੁਰੂ ਜੀ ਦੇ ਪ੍ਰਤਾਪ ਨੇ ਦਬਾ ਲਿਆ ਸੀ ਉਹ ਪੰਡਤ ਨੂੰ। ਸਾਬਤ ਕੋਏ ਨਾ ਉੱਤਰ ਆਵਾ। ਸਾਬਤ ਕੋਈ ਉੱਤਰ ਨਹੀਂ ਆਇਆ। ਕਹਿਣ ਤੋਂ ਭਾਵ ਕਿ ਨਾਨੂ ਪੰਡਤ ਬੋਲਿਆ ਹੈ ਪਰ ਸਤਿਗੁਰੂ ਜੀ ਦੇ ਪ੍ਰਤਾਪ ਦਾ ਕਰਕੇ ਦਬ ਗਿਆ ਸੀ ਤੇ ਉਹ ਬੋਲਿਆ ਤਾਂ ਹੈ, ਗੱਲਾਂ ਕਰਨ ਲੱਗਾ ਪਰ ਅਟਪਟੀਆਂ ਗੱਲਾਂ ਕਰਨ ਲੱਗ ਪਿਆ ਹੈ। ਏ ਫਕੀਰ ਤੈ ਕੀਨ ਕੁਕਰਮਾ। ਕਹਿਣ ਲੱਗਾ ਕਿ ਹੇ ਫਕੀਰ ਜੀ ਤੁਸੀਂ ਬੜਾ ਕੁਕਰਮ ਕੀਤਾ ਪੂਰਬ ਦਿਵਸ ਪੁਨ ਭਾਖਤ ਧਰਮਾ। ਤੇ ਪੂਰਬ ਵਾਲੇ ਦਿਨ ਨੂੰ ਤੁਸੀਂ ਮਿੱਟੀ ਦੇ ਵਿੱਚ ਪਾ ਕੇ ਮਾਸ ਰਿੰਨ ਰਹੇ ਹੋ ਤੇ ਫੇਰ ਕਹਿੰਦੇ ਹੋ ਕਿ ਧਰਮ ਹੈ। ਕਿਸ ਪ੍ਰਕਾਰ ਤੂੰ ਹਮੈ ਬਤਾਵੈ। ਕਿਸ ਤਰੀਕੇ ਦੇ ਨਾਲ ਤੁਸੀਂ ਸਾਨੂੰ ਦੱਸਦੇ ਹੋ। ਜਿਹੇ ਸਭ ਸ਼ਾਸਤਰ ਦੋਸ਼ ਲਗਾਵੈ। ਜੋ ਸਾਰੇ ਹੀ ਸ਼ਾਸਤਰਾਂ ਦੇ ਉੱਪਰ ਦੋਸ਼ ਆਰੋਪਦੇ ਹੋ ਤੁਸੀਂ। ਦਾਨ ਇਸ਼ਨਾਨ ਪੂਜੇਬੇ ਕਾਲਾ। ਹਾਂ, ਦਾਨ ਕਰਨ ਦਾ ਸਮਾਂ ਹੈ, ਇਸ਼ਨਾਨ ਕਰਨ ਦਾ ਸਮਾਂ ਹੈ, ਪੂਜਾ ਕਰਨ ਦਾ ਸਮਾਂ ਹੈ, ਸੂਰਜ ਗ੍ਰਹਿਣ ਦਾ ਸਮਾਂ ਜੋ ਹੈ। ਆਮਿਖ ਰੀਦਤ ਪਾਪ ਬਿਸਾਲਾ। ਜੋ ਮਾਸ ਰਿੰਨਣਾ ਹੈ ਨਾ, ਇਹ ਬਹੁਤ ਵੱਡਾ ਪਾਪ ਹੈ। ਕੈਸੋ ਤੇਰੋ ਅਹਿ ਸਿਧਾਂਤਾ। ਤੇਰਾ ਸਿਧਾਂਤ ਕਿਸ ਪ੍ਰਕਾਰ ਦਾ ਹੈ। ਉੱਤਰ ਦੇ ਨਤ ਹੋਏ ਹੈ ਪਾਤਾ। ਉੱਤਰ ਦਿਓ ਨਹੀਂ ਤਾਂ ਉਤਪਾਤ ਹੋਵੇਗਾ। ਕਹਿਣ ਤੋਂ ਭਾਵ ਕਿ ਬੜਾ ਵੱਡਾ ਭਾਰੀ ਝਗੜਾ ਹੋਵੇਗਾ ਇੱਥੇ।
ਦੋਹਰਾ ਸਭ ਬਿਦ ਬੇਤਾ ਸਤਿਗੁਰੂ ਬੋਲੇ ਬਚ ਤਤਕਾਲ। ਸਾਰੇ ਅਸਥਾਨਾਂ ਦੇ ਹਰੇਕ ਪ੍ਰਕਾਰ ਦੇ ਗਿਆਨ ਦੇ ਬੇਤਾ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਹਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਸਮੇਂ ਬੋਲੇ ਹਨ, ਬਚਨ ਕਹਿਣ ਲੱਗੇ। ਦੁਇਜ ਸੰਨਿਆਸੀ ਅਪਰ ਨਰ ਸੁਨਹਿ ਭੀਰ ਬਸਾਲ। ਬਹੁਤੀ ਜ਼ਿਆਦੀ ਭੀੜ ਹੋਈ ਹੈ, ਬ੍ਰਾਹਮਣ ਬੈਠੇ ਨੇ, ਸੰਨਿਆਸੀ ਬੈਠੇ, ਬਾਨਪ੍ਰਸਤੀ ਬੈਠੇ ਨੇ, ਹੋਰ ਨਗਨ ਸਾਧੂ ਬਹੁਤ ਜ਼ਿਆਦੇ ਬੈਠੇ ਹੋਏ ਹਨ। ਭਾਵ ਕਿ ਜਿੰਨੇ ਲੋਕ ਆਏ ਹੋਏ ਹਨ, ਕੁਝ ਤਮਾਸ਼ਗੀਰ ਵੀ ਨੇ ਪਿੰਡਾਂ ਦੇ ਲੋਕ, ਇਹ ਸਾਰੀ ਭੀੜ ਬਹੁਤੀ ਜ਼ਿਆਦੀ ਹੋਈ ਹੈ ਤੇ ਉੱਥੇ ਸਾਰੇ ਹੀ ਸੁਣ ਰਹੇ ਨੇ ਬੜੇ ਧਿਆਨ ਦੇ ਸਹਿਤ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਮਹੱਲੇ ਤੋਂ ਭਾਵ ਹੈ ਪਾਤਸ਼ਾਹ। ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ। ਕਈ ਵੀਰ ਮਹਿਲਾ ਬੋਲਦੇ ਨੇ। ਮਹਿਲਾ ਇਸਤਰੀ ਨੂੰ ਕਿਹਾ ਜਾਂਦਾ ਹੈ। ਜਿਵੇਂ ਸ਼ਹਿਰਾਂ ਦੇ ਵਿੱਚ ਮਹਿਲਾ ਮੰਡਲ ਬਣੇ ਹੋਏ ਨੇ, ਬੀਬੀਆਂ ਦੀ ਜਥੇਬੰਦੀ ਨੂੰ ਮਹਿਲਾ ਮੰਡਲ ਕਿਹਾ ਜਾਂਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਮਹੱਲਾ ਲਿਖਿਆ ਹੈ। ਮਹੱਲੇ ਤੋਂ ਭਾਵ ਹੈ ਪਾਤਸ਼ਾਹ। ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਚੋਜੀ ਪ੍ਰੀਤਮ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪੰਡਿਤ ਜੀ, ਵਾਰ-ਵਾਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਮਾਸ ਰਿੰਨਿਆ ਹੋਇਆ ਹੈ। ਇਹ ਮੱਟੀ ਦੇ ਵਿੱਚ ਮਾਸ ਸਵਾਰ ਕੇ ਪਾਇਆ ਹੈ ਸਾਡੇ ਸਾਹਮਣੇ। ਤੋ ਕੈਸੀ ਤੁਹਾਡੀ ਮੱਤ ਹੈ? ਸਤਿਗੁਰੂ ਜੀ ਕਹਿਣ ਲੱਗੇ ਕਿ ਮਾਸ ਮਾਸ ਕਰ ਮੂਰਖ ਝਗੜੇ। ਹੇ ਮੂਰਖ ਅਗਿਆਨੀ ਪੰਡਤ, ਵੈਸੇ ਸੰਸਾਰਕ ਪੱਖ ਤੋਂ ਤਾਂ ਗਿਆਨ ਬਹੁਤਾ ਜ਼ਿਆਦਾ ਇਕੱਠਾ ਕੀਤਾ ਹੋਇਆ ਹੈ, ਬੜੇ ਗ੍ਰੰਥ ਪੜ੍ਹੇ ਨੇ, ਪਰ ਮਾਸ ਮਾਸ ਕਰ ਮੂਰਖ ਝਗੜੇ। ਮੂਰਖ ਅਗਿਆਨੀ ਮਾਸ ਮਾਸ ਕਰਕੇ ਝਗੜਦੇ ਹਨ, ਗਿਆਨ ਧਿਆਨ ਨਹੀਂ ਜਾਣੈ। ਜੋ ਸਰਗੁਣ ਤੇ ਨਿਰਗੁਣ ਦਾ ਗਿਆਨ ਧਿਆਨ ਕੁਝ ਵੀ ਨਹੀਂ ਜਾਣਦੇ ਹੋ। ਨਾਮ ਜੋ ਨਿਰਗੁਣ ਦਾ ਧਿਆਨ ਲਾਉਣਾ ਨਾ ਨਿਰਗੁਣ ਦਾ ਗਿਆਨ ਜਾਣਦੇ ਹੋ ਤੇ ਨਾ ਸਰਗੁਣ ਦਾ ਧਿਆਨ ਜੋੜਨਾ ਜਾਣਦੇ ਹੋ। ਕੌਣ ਮਾਸ ਕੌਣ ਸਾਗ ਕਹਾਵੈ ਤਿਸ ਮਹਿ ਪਾਪ ਸਮਾਣੇ। ਤਿਸ ਮਹਿ ਕਿ ਕਿਸ ਮਹਿ? ਅੱਛਾ, ਕਿਸ ਮਹਿ ਪਾਪ ਸਮਾਣੇ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਕੌਣ ਮਾਸ ਕੌਣ ਸਾਗ ਕਹਾਵੈ। ਕੌਣ ਤੋਂ ਭਾਵ ਕਿਸ ਨੂੰ ਮਾਸ ਕਹਿੰਦੇ, ਕਿਹੜਾ ਮਾਸ ਹੈ ਤੇ ਕਿਹੜਾ ਸਾਗ ਹੈ। ਕਿਸ ਮਹਿ ਪਾਪ ਸਮਾਣੇ, ਕਿਸ ਦੇ ਵਿੱਚ ਪਾਪ ਸਮਾਏ ਹੋਏ ਹਨ, ਕਿਸ ਨੂੰ ਖਾਣ ਕਰਕੇ ਪਾਪ ਲੱਗਦਾ ਏ। ਕਿਹੜਾ ਮਾਸ ਹੈ ਤੇ ਕਿਹੜਾ ਸਾਗ ਹੈ। ਭਾਵ ਕਿ ਪ੍ਰਤੱਖ ਪਦਾਰਥ ਨੇ, ਗੰਦਲਾਂ ਪੱਤੇ ਤੇ ਇਤ ਆਦਿਕ ਜੋ ਉੱਪਰ ਕੂਲੇ ਪੱਤੇ ਹੁੰਦੇ ਹਨ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤੋੜ ਕੇ ਸਵਾਰ ਕੇ ਤੇ ਫਿਰ ਸਾਗ ਬਣਾਇਆ ਜਾਂਦਾ ਹੈ ਮਸਾਲੇ ਆਦਿਕ ਪਾ ਕੇ। ਇਹ ਤਾਂ ਪ੍ਰਤੱਖ ਛਕਣ ਵਾਲਾ ਸਾਗ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪੰਡਿਤ ਜੀ, ਤੁਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਕੌਣ ਮਾਸ ਕੌਣ ਸਾਗ ਕਹਾਵੈ। ਕਿਹੜੇ ਕਰਮ ਕਰਨ ਕਰਕੇ, ਜਿਵੇਂ ਮਾਸ ਨੂੰ ਖਾਣ ਕਰਕੇ ਪਾਪ ਲੱਗਦਾ ਹੈ ਨਾ, ਪੰਡਿਤ ਜੀ ਤੁਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਕਿਹੜੇ ਕਰਮਾਂ ਨੂੰ ਕਰਨ ਕਰਕੇ ਪਾਪ ਲੱਗਦਾ ਹੈ ਤੇ ਕਿਹੜਾ ਪਾਪ ਦਾ ਭੋਜਨ ਹੈ ਤੇ ਕਿਹੜਾ ਸਾਗ ਭਾਵ ਕੇ ਪਾਪ ਤੋਂ ਰਹਿਤ ਭੋਜਨ ਹੈ। ਇਹ ਵੀ ਤੁਸੀਂ ਨਹੀਂ ਜਾਣਦੇ। ਕਹਿਣ ਤੋਂ ਭਾਵ ਪੰਡਤਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਲੋਕਾਂ ਨੂੰ ਲੁੱਟਦੇ ਹੋ, ਲੋਕਾਂ ਦਾ ਲਹੂ ਨਿਚੋੜਦੇ ਹੋ ਤੇ ਕਹਿੰਦੇ ਹੋ, ਇੱਕ ਪਾਸੇ ਕਹਿੰਦੇ ਹੋ ਕਿ ਸਾਗ ਖਾਣਾ ਚਾਹੀਦਾ ਹੈ, ਜਿਹੜੇ ਸਾਦੇ ਪਦਾਰਥ ਨੇ ਉਹ ਛਕਣੇ ਚਾਹੀਦੇ,
ਤੇ ਦੂਜੇ ਪਾਸੇ ਪਾਪ ਕਰਮ ਕਰਕੇ ਤੁਸੀਂ ਮਾਸ ਹੀ ਖਾਂਦੇ ਹੋ, ਭਾਵ ਕਿ ਲੋਕਾਂ ਦਾ ਲਹੂ ਨਿਚੋੜ ਕੇ ਹੀ ਖਾਂਦੇ ਹੋ। ਤੁਹਾਨੂੰ ਪਾਪ ਕਰਮਾਂ ਦਾ ਤੇ ਜਿਹੜੇ ਪਾਪਾਂ ਤੋਂ ਰਹਿਤ ਕਰਮ ਨੇ ਉਹਨਾਂ ਦੇ ਬਾਰੇ ਕੁਝ ਵੀ ਗਿਆਨ ਨਹੀਂ ਹੈ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆ ਕੀ ਬਾਣੇ। ਸਤਿਗੁਰੂ ਜੀ ਬਚਨ ਕਹਿੰਦੇ ਨੇ ਕਿ ਤੁਸੀਂ ਵੇਦ ਸ਼ਾਸਤਰਾਂ ਦੇ ਵਿੱਚ ਪੜ੍ਹਿਆ ਹੈ, ਵੇਦ ਸ਼ਾਸਤਰਾਂ ਦੇ ਵਿੱਚ ਪੜ੍ਹਿਆ ਤੇ ਸੁਣਿਆ ਹੈ ਜਿਹੜੇ ਦੇਵਤੇ ਸਨ ਨਾ, ਦੇਵਤੇ ਜਾਂ ਵੱਡੇ ਰਾਜੇ ਮਹਾਰਾਜੇ ਹੋਏ ਨੇ, ਉਹ ਅਸਮੇਧ ਜਗ ਕਰਦੇ ਸਨ, ਗਊ ਮੇਧ ਜਗ ਕਰਦੇ ਸਨ, ਤੇ ਫਿਰ ਗੈਂਡਾ ਮਾਰ ਕੇ ਹੋਮ ਜਗ ਕਰਦੇ ਸਨ। ਅਸਮੇਧ ਜਗ ਘੋੜੇ ਨੂੰ ਮਾਰ ਕੇ ਤੇ ਫਿਰ ਜਗ ਕਰਨਾ, ਤੇ ਗਊ ਮੇਧ ਜਗ ਗਊ ਦਾ ਘਾਤ ਕਰਨਾ। तो इस प्रकार गैंडा मार के होम जग करना, तो ऐसा पाप करया करदे सन। सतगुरु जी बचन करदे कि गैंडा मार होम जग कीए। वैसे इत्थे गैंडे दे संबंध दे विच ही लिखिया है। गैंडे जानवर नूं मार के ते होम जग करदे हन। देवतियां की बाणे, देवतियां दी बाणे बाण आदत है। देवतियां दी बाणी वेद पुराणां दे विच इह लिखिया होया है। तो इस प्रकार सतगुरु जी बचन करते हैं कि गैंडा मार होम जग कीए, देवतियां की बाणे। देवतियां दी बाणे बाण आदत ही बनी हुई है। देवतियां दी बाणी भाव के वेद पुराण पढ़ के ते उन्हां दे विचों सिੱਖਿਆ ਲੈ के गैंडा मार के होम जग करदे हो। ਕਹਿੰਦੇ ਹੋ कि साडा जग सफला तां होवेगा जे गैंडा मार के होम जग कीता जावे। फिर गैंडा मार होम जग कीए, गैंडा मार के होम जग करके ते वेद पुराणां दी बाणी पढ़दे हो। फिर उन्हां वेद शास्त्रां नूं पढ़दे हो। मास छोड़ बैस नक पकड़े है, राती मानस खाने। सतगुरु जी बचन करदे ने कि मास छड्ड के, ਕਹਿੰਦੇ ਹੋ कि ਅਸੀਂ ਮਾਸ ਛੱਡ ਦਿੱਤਾ ਹੈ, ਮਾਸ ਅਸੀਂ ਖਾਂਦੇ ਨਹੀਂ, ਤੇ ਮਾਸ ਨੂੰ ਦੇਖ ਕੇ ਨੱਕ ਫੜ ਕੇ ਬੈਠ ਜਾਂਦੇ ਹੋ। ਇਸੇ ਹੀ ਤਰ੍ਹਾਂ ਨੱਕ ਪਕੜ ਕੇ ਤੇ ਯੋਗਾ ਅਭਿਆਸ ਕਰਦੇ ਹੋ, ਯੋਗ ਸਾਧਨਾ ਕਰਦੇ ਹੋ। ਪਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਰਾਤੀ ਮਾਨਸ ਖਾਣੇ। ਤੋ ਇਸੇ ਹੀ ਤਰ੍ਹਾਂ ਜੋ ਰਾਤ ਦੇ ਸਮੇਂ ਕੁਕਰਮ ਕਰਦਿਆਂ ਹੋਇਆਂ ਮਾਨਸ ਹੀ ਖਾਂਦੇ ਹੋ, ਇਸੇ ਹੀ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਕਿ ਗੁਪਤ ਬੈਠ ਕੇ, ਭੂਰਿਆਂ ਦੇ ਵਿੱਚ ਬੈਠ ਕੇ ਲੋਕਾਂ ਦੇ ਪਾਸੋਂ ਜਿਹੜੀ ਰਿਸ਼ਵਤ ਲੈਂਦੇ ਹੋ, ਧਨ ਲੈਂਦੇ ਹੋ ਬਹੁਤਾ ਜ਼ਿਆਦਾ, ਤੋ ਹਨੇਰੇ ਦੇ ਵਿੱਚ ਬੈਠ ਕੇ ਜੋ ਗੁਪਤ ਭੂਰਿਆਂ ਦੇ ਵਿੱਚ ਬੈਠ ਕੇ ਲੋਕਾਂ ਦੇ ਪਾਸੋਂ ਜਿਹੜਾ ਧਨ ਪਦਾਰਥ ਰਿਸ਼ਵਤ ਲੈਂਦੇ ਹੋ, ਇਹ ਵੀ ਮਨੁੱਖਾਂ ਨੂੰ ਖਾਣ ਦੇ ਬਰਾਬਰ ਹੀ ਹੈ। ਮਾਸ ਛੋੜ ਬੈਸ ਨੱਕ ਪਕੜੇ। ਉਪਰੀ ਤੌਰ 'ਤੇ ਦਿਖਾਵੇ ਮਾਤਰ ਤੁਸੀਂ ਇਹ ਦਿਖਾਉਂਦੇ ਹੋ ਕਿ ਮਾਸ ਅਸੀਂ ਖਾਂਦੇ ਨਹੀਂ, ਮਾਸ ਨੂੰ ਦੇਖ ਕੇ ਨੱਕ ਪਕੜ ਕੇ ਬੈਠ ਜਾਂਦੇ ਹੋ। ਤੇ ਇਸੇ ਹੀ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਕਿ ਜਿਹੜਾ ਲੋਕਾਂ ਨੂੰ ਲੁੱਟਣਾ ਹੈ, ਲੋਕਾਂ ਦੇ ਨਾਲ ਛਲ ਫਰੇਬ, ਧੋਖੇਬਾਜ਼ੀਆਂ, ਦਗੇਬਾਜ਼ੀਆਂ ਕਰਨੀਆਂ, ਇਹ ਵੀ ਮਨੁੱਖ ਨੂੰ ਖਾਣ ਦੇ ਬਰਾਬਰ ਹੀ ਹੈ। ਪੜ ਕਰ ਲੋਕਾਂ ਨੂੰ ਦਿਖਲਾਵਹਿ, ਗਿਆਨ ਧਿਆਨ ਨਹੀਂ ਸੂਝੈ। ਨੱਕ ਫੜ ਕੇ ਲੋਕਾਂ ਨੂੰ ਦਿਖਾਉਂਦੇ ਹੋ ਕਿ ਇਸ ਪ੍ਰਕਾਰ ਅਸੀਂ ਜਿਵੇਂ ਯੋਗ ਸਾਧਨਾ ਕਰਦਿਆਂ ਹੋਇਆਂ ਚੁਟਕੀ ਦੇ ਨਾਲ ਕਦੇ ਇਸ ਨਾਸਕਾਂ ਦੇ ਰਾਹੀਂ ਸਾਹ ਲਿਆਉਂਦੇ ਹੋ, ਕਦੇ ਉਸ ਨਾਸਕਾਂ ਦੇ ਰਾਹੀਂ ਸਾਹ ਲਿਆਉਂਦੇ ਹੋ, ਅਤੇ ਨੱਕ ਪਕੜ ਕੇ ਬੈਠ ਜਾਂਦੇ ਹੋ। ਜਦੋਂ ਮਾਸ ਸਾਹਮਣੇ ਦਿਖਾਈ ਦੇਵੇ ਤੇ ਉਸ ਸਮੇਂ ਨੱਕ ਪਕੜ ਕੇ ਬੈਠ ਜਾਂਦੇ ਹੋ। ਫੜ ਕਰ ਲੋਕਾਂ ਨੂੰ ਦਿਖਲਾਵ ਹੈ, ਗਿਆਨ ਧਿਆਨ ਨਹੀਂ ਸੂਝੈ। ਗਿਆਨ ਧਿਆਨ ਜਾਣਦੇ ਹੀ ਨਹੀਂ ਹੋ, ਗਿਆਨ ਧਿਆਨ ਨਹੀਂ ਸੂਝੈ। ਸਤਿਗੁਰੂ ਜੀ ਬਚਨ ਕਰਦੇ ਕਿ ਲੋਕ ਦਿਖਾਵਾ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਪਖੰਡ ਕਰਦੇ ਹੋ, ਗਿਆਨ ਧਿਆਨ ਸੁਝਦਾ ਹੀ ਨਹੀਂ ਹੈ। ਭਾਵ ਕਿ ਸਰਗੁਣ ਨਿਰਗੁਣ ਦੇ ਗਿਆਨ ਨੂੰ ਧਿਆਨ ਨੂੰ ਜਾਣਦੇ ਹੀ ਨਹੀਂ ਹੋ। ਨਾਨਕ ਅੰਧੇ ਸਿਉ ਕਿਆ ਕਹੀਐ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੇ ਅੰਧੇ ਅਗਿਆਨੀ ਨੇ ਨਾ, ਉਹਨਾਂ ਨੂੰ ਕੀ ਕਹਿਣਾ ਕਰੀਏ। ਕਹੈ ਨਾ ਕਹਿਆ ਬੂਝੇ। ਜਦੋਂ ਇਹਨਾਂ ਨੂੰ ਗਿਆਨ ਦੇਣ ਦਾ ਯਤਨ ਕਰੀਏ ਤੇ ਕਹੇ ਹੋਏ ਬਚਨਾਂ ਨੂੰ ਇਹ ਸਮਝਦੇ ਹੀ ਨਹੀਂ।
ਐਸੇ ਅੰਨੇ ਅਗਿਆਨੀ ਹਨ। ਨਾਨੂ ਪੰਡਤ ਤੇ ਹੋਰ ਕਹਿਣ ਲੱਗੇ ਕਿ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਸਾਡੇ ਸਾਹਮਣੇ ਹੀ ਅੰਨੇ ਕਹਿ ਰਹੇ ਹੋ। ਅੰਧਾ ਸੋਏ ਜੇ ਅੰਧ ਕਮਾਵੇ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਅੰਨਾ ਉਹ ਹੈ ਜਿਹੜਾ ਅੰਨੇ ਕਰਮ ਕਮਾਵੇ, ਗਿਆਨ ਹੁੰਦਿਆਂ ਹੋਇਆਂ ਵੀ ਜੋ ਕੁਕਰਮ ਕਮਾਵੇ, ਲੋਕਾਂ ਨੂੰ ਲੁੱਟੇ, ਲੋਕਾਂ ਦੇ ਉੱਪਰ ਜ਼ੁਲਮ ਕਰੇ, ਧੱਕੇਸ਼ਾਹੀਆਂ ਕਰੇ, ਦਗੇਬਾਜ਼ੀਆਂ ਕਰੇ, ਧੋਖੇਬਾਜ਼ੀਆਂ ਕਰੇ। ਤਿਸ ਹਿਰਦੈ ਸੇ ਲੋਚਨ ਨਾਹੀ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਉਹਦੇ ਹਿਰਦੇ ਦੇ ਵਿੱਚ ਗਿਆਨ ਰੂਪ ਨੇਤਰ ਨਹੀਂ ਹੈ। ਕਹਿਣ ਤੋਂ ਭਾਵ ਕਿ ਗਿਆਨ ਨਹੀਂ ਹੈ ਉਹਦੇ ਹਿਰਦੇ ਦੇ ਵਿੱਚ। ਮਾਤ ਪਿਤਾ ਕੀ ਰਕਤ ਨਿਪੰਨੇ। ਮਾਤਾ ਪਿਤਾ ਦੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਉਪਾਰਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਮਾਤਾ ਪਿਤਾ ਦੇ ਸੰਬੰਧ ਤੋਂ ਹੀ ਨਿਪੰਨੇ ਪੈਦਾ ਹੋਏ ਹੋ। ਮੱਛੀ ਮਾਸ ਨਾ ਖਾਹੀ। ਤੋ ਇਸ ਪ੍ਰਕਾਰ ਕਹਿੰਦੇ ਹੋ ਕਿ ਮੱਛੀ ਦਾ ਮਾਸ ਨਹੀਂ ਖਾਣਾ ਚਾਹੀਦਾ, ਕਿਉਂਕਿ ਮੱਛੀ ਕੋਹੜੀ ਮਨੁੱਖ ਨੂੰ ਵੀ ਖਾ ਜਾਂਦੀ। ਜਦੋਂ ਕੋਹੜੀ ਮਨੁੱਖ ਨੂੰ ਵੀ ਪਾਣੀ ਦੇ ਵਿੱਚ ਸੁੱਟਿਆ ਜਾਂਦਾ ਤੋ ਅਨੇਕਾਂ ਬਿਮਾਰੀਆਂ ਦੇ ਸਹਿਤ ਜਿਹੜੇ ਹੁੰਦੇ ਹਨ, ਰੋਗਾਂ ਦੇ ਸਹਿਤ ਹੁੰਦੇ, ਉਹਨਾਂ ਨੂੰ ਵੀ ਖਾ ਜਾਂਦੀ ਹੈ ਮੱਛੀ। ਤੇ ਹੋਰ ਜੋ ਇਹ ਤੁਸੀਂ ਕਹਿੰਦੇ ਹੋ ਕਿ ਮੱਛੀ ਦਾ ਮਾਸ ਸਾਰੇ ਮਾਸਾਂ ਦੇ ਨਾਲੋਂ ਜੋ ਅਪਵਿੱਤਰ ਹੈ, ਪਰ ਸਤਿਗੁਰੂ ਜੀ ਬਚਨ ਕਹਿੰਦੇ ਨੇ ਕਿ ਕਈ ਬ੍ਰਾਹਮਣ ਐਸੇ ਵੀ ਨੇ ਕਿ ਜੇ ਮੱਛੀਆਂ ਨੂੰ ਜਲ ਤੋਰੀਆਂ ਕਹਿ ਕਹਿ ਕੇ ਖਾਂਦੇ ਨੇ, ਭੁੰਨ ਭੁੰਨ ਕੇ। ਇਸਤਰੀ ਪੁਰਖੈ ਜਾਨ ਇਸ ਮੇਲਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਸਤਰੀ ਪੁਰਸ਼ਾਂ ਦਾ ਜਦੋਂ ਰਾਤ ਦੇ ਸਮੇਂ ਮਿਲਾਪ ਹੁੰਦਾ, ਉਥੇ ਮੰਦ ਕਮਾਹੀ। ਉੱਥੇ ਵੀ ਮੰਦ ਕਰਮ ਹੀ ਕਮਾਉਂਦੇ ਨੇ। ਮਾਸਹੁ ਨਿੰਮੇ ਮਾਸਹੁ ਜੰਮੇ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਮਾਸ ਤੋਂ ਹੀ ਨਿਪੰਨੇ ਉਤਪੰਨ ਹੋਏ ਹਨ ਅਤੇ ਮਾਸ ਤੋਂ ਹੀ ਜੰਮੇ ਹਨ ਅਤੇ ਮਾਸ ਦੇ ਵਿੱਚ ਹੀ ਵਾਸਾ ਹੈ। ਹਮ ਮਾਸੈ ਕੇ ਭਾਂਡੇ। ਮਾਸ ਦੇ ਵਿੱਚ ਹੀ ਵਾਸਾ ਹੈ ਤੇ ਮਾਸ ਦੇ ਹੀ ਭਾਂਡੇ ਹਾਂ ਅਸੀਂ ਸਾਰੇ ਜੀਵ। ਗਿਆਨ ਧਿਆਨ ਕਛ ਸੂਝੈ ਨਾਹੀ। ਤੋ ਗਿਆਨ ਧਿਆਨ ਦੀ ਸਮਝ ਨਹੀਂ ਹੈ ਤੁਹਾਨੂੰ, ਗਿਆਨ ਧਿਆਨ ਸਮਝਣ ਦਾ ਯਤਨ ਨਹੀਂ ਕਰਦੇ। ਚਤੁਰ ਕਹਾਵੈ ਪਾਂਡੇ। ਪੰਡਤਾ ਬਹੁਤਾ ਜ਼ਿਆਦਾ ਚਤੁਰ ਕਹਾਉਂਦਾ ਹੈ ਆਪਣੇ ਆਪ ਨੂੰ। ਬਾਹਰ ਕਾ ਮਾਸ ਮੰਦਾ ਸੁਆਮੀ। ਜਿਹੜਾ ਬਾਹਰਲਾ ਮਾਸ ਹੈ ਉਹਨੂੰ ਤੁਸੀਂ ਮੰਦਾ ਜਾਣਦੇ ਹੋ, ਹੋਰ ਜੀਵਾਂ ਦਾ ਮਾਸ। ਘਰ ਕਾ ਮਾਸ ਚੰਗੇਰਾ। ਘਰ ਦਾ ਮਾਸ ਚੰਗਾ ਸਮਝਦੇ ਹੋ। ਜੀ ਜੰਤ ਸਭ ਮਾਸਹੁ ਹੋਏ। ਤੋ ਸਤਿਗੁਰੂ ਜੀ ਬਚਨ ਕਹਿਣ ਲੱਗੇ ਕਿ ਇੱਕ ਪਾਸੇ ਤਾਂ ਤੁਸੀਂ ਮਾਸ ਦਾ ਵਿਰੋਧ ਕਰਦੇ ਹੋ, ਕਹਿੰਦੇ ਹੋ ਕਿ ਮਾਸ ਖਾਣਾ ਨਹੀਂ ਚਾਹੀਦਾ, ਦੂਜੇ ਪਾਸੇ ਮੱਛੀਆਂ ਨੂੰ ਜਲ ਤੋਰੀਆਂ ਕਹਿ ਕਹਿ ਕੇ ਛਕਦੇ ਹੋ ਕਈ ਪੰਡਤ। ਤੇ ਫਿਰ ਸਤਿਗੁਰੂ ਜੀ ਨੇ ਅੱਗੇ ਵੀ ਬਚਨ ਕੀਤੇ, ਪਹਿਲਾਂ ਵੀ ਬਚਨ ਕੀਤੇ ਹਨ ਕਿ ਮਾਸ ਪੁਰਾਣੀ ਮਾਸ ਕਤੇਬੀ। ਮਾਸ ਪੁਰਾਣਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ, ਮਾਸ ਦੇ ਸੰਬੰਧ ਦੇ ਵਿੱਚ ਪੁਰਾਣਾਂ ਦੇ ਵਿੱਚ ਵੀ ਲਿਖਿਆ ਹੋਇਆ, ਕਤੇਬਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ। ਜੇ ਕਤੇਬ ਪੜ੍ਹਨ ਵਾਲੇ ਮੁਸਲਮਾਨ ਜਿਹੜੇ ਵੀਰ ਨੇ ਉਹ ਵੀ ਜੋ ਬੱਕਰਿਆਂ ਛਤਰਿਆਂ ਦੀ ਬਲੀ ਦਿੰਦੇ ਨੇ, ਕਹਿੰਦੇ ਨੇ ਅਸੀਂ ਕੁਰਬਾਨੀ ਦਿੰਦੇ ਹਾਂ, ਤੋ ਕੁਰਬਾਨੀ ਦੇਣ ਵਾਸਤੇ ਬੱਕਰਾ ਲਿਆਂਦਾ ਹੈ, ਛਤਰਾ ਲਿਆਂਦਾ ਹੈ, ਉਹਨੂੰ ਪਹਿਲਾਂ ਬਹੁਤਾ ਜ਼ਿਆਦਾ ਗੋਸ਼ਤ ਲਿਆ ਕੇ ਪਾਉਂਦੇ ਨੇ। ਤੋ ਇਸੇ ਹੀ ਤਰ੍ਹਾਂ ਛੋਲੇ ਆਦਿਕ ਪਾ ਕੇ ਚੰਗੀ ਖੁਰਾਕ ਦੇ ਕੇ ਤੇ ਜਦੋਂ ਪਤਾ ਲੱਗ ਜਾਂਦਾ ਹੈ ਕਿ ਚੰਗਾ ਹੁਣ ਪਲ ਗਿਆ ਤੇ ਫਿਰ ਉਹਦੀ ਬਲੀ ਦਿੰਦੇ ਨੇ, ਕਹਿੰਦੇ ਉਹਦੀ ਕੁਰਬਾਨੀ ਦਿੰਦੇ ਆ। ਇਸੇ ਹੀ ਤਰ੍ਹਾਂ ਹਿੰਦੂ ਮਤ ਦੇ ਵਿੱਚ ਵੀ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ, ਜੋ ਵੇਦ ਸ਼ਾਸਤਰਾਂ ਦੇ ਵਿੱਚੋਂ ਪੜ੍ਹ ਕੇ ਕਿ ਵੇਦ ਸ਼ਾਸਤਰਾਂ ਦੇ ਵਿੱਚ ਇਹ ਲਿਖਿਆ ਹੈ ਕਿ ਗੈਂਡਾ ਮਾਰ ਕੇ ਹੋਮ ਜਗ ਕਰਨਾ ਚਾਹੀਦਾ ਹੈ, ਬਹੁਤਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇੱਕ ਪਾਸੇ ਤਾਂ ਤੁਸੀਂ ਮਾਸ ਖਾਣ ਦਾ ਵਿਰੋਧ ਕਰਦੇ ਹੋ, ਦੂਜੇ ਪਾਸੇ ਤੁਹਾਡੇ ਹੀ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਗੈਂਡਾ ਮਾਰ ਕੇ ਜਾਂ ਸਮੇਧ ਜਗ ਕਰਨਾ, ਗਊ ਮੇਧ ਜਗ ਕਰਨਾ। ਤੋ ਇਸ ਪ੍ਰਕਾਰ ਪਸ਼ੂਆਂ ਦੀ ਬਲੀ ਦੇਣੀ ਵੀ ਤੁਹਾਡੇ ਮਤ ਦੇ ਵਿੱਚ ਹੀ ਲਿਖਿਆ, ਵੇਦ ਪੁਰਾਣਾਂ ਦੇ ਵਿੱਚ ਲਿਖਿਆ, ਵੇਦ ਪੁਰਾਣੀ ਵੇਦ ਕਤੇਬੀ ਚਾਹੋ ਯੁਗ ਮਾਸ ਸਮਾਣਾ, ਇਸ ਪ੍ਰਕਾਰ ਦੇ ਬਚਨ ਆਉਂਦੇ ਨੇ। ਹਾਂਜੀ ਜੀਏ ਲਿਆ ਵਸੇਰਾ। ਸਤਿਗੁਰੂ ਜੀ ਬਚਨ ਕਰਦੇ ਹਨ
ਕਿ ਇਸਤਰੀ ਪੁਰਖ ਹੈ ਜਾਨ ਇਸ ਮੇਲਾ ਉਥੈ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਝੈ ਨਾਹੀ ਚਤੁਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋ ਹੋਏ। ਜੀ ਜੰਤ ਸਾਰੇ ਹੀ ਮਾਸ ਤੋਂ ਪੈਦਾ ਹੋਏ ਹਨ। ਜੀਏ ਲਿਆ ਵਸੇਰਾ ਤੋ ਇਸ ਜੀਵ ਆਤਮਾ ਨੇ ਮਾਸ ਦੇ ਵਿੱਚ ਹੀ ਵਸੇਰਾ ਲਿਆ ਹੈ, ਮਾਸ ਦੇ ਵਿੱਚ ਹੀ ਵਾਸਾ ਹੈ। ਜਿਹੜੇ ਜੀਵ ਆਤਮਾ ਮਾਸ ਦੇ ਵਿੱਚ ਹੀ ਵਸਦੀ, ਕਹਿਣ ਤੋਂ ਭਾਵ ਕਿ ਜੀਵ ਆਤਮਾ ਸਰੀਰ ਦੇ ਮਾਸ ਦੇ ਵਿੱਚ ਹੀ ਵਸਦੀ ਹੈ, ਸਰੀਰ ਦੇ ਵਿੱਚ ਵਾਸਾ ਤੇ ਜਿਹੜਾ ਸਰੀਰ ਉਹ ਮਾਸ ਦਾ ਹੈ। ਭਖ ਭਖ ਹੈ ਭਖ ਤਜ ਛੋੜਹਿ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਮੂਰਖ ਅਗਿਆਨੀ ਨੇ ਨਾ ਅਭਖ ਭਖ ਹੈ, ਅਭਖ ਖਾਣ ਵਾਲੀਆਂ ਜਿਹੜੀਆਂ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਉਹਨਾਂ ਨੂੰ ਖਾਂਦੇ ਨੇ। ਅਭਖ ਭਖ ਹੈ ਭਖ ਤਜ ਛੋੜਹਿ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਛੱਡ ਗਵਾਈਆਂ ਨੇ, ਭਾਵ ਕਿ 36 ਪ੍ਰਕਾਰ ਦੇ ਪਦਾਰਥ ਛੱਡ ਦਿੱਤੇ ਨੇ ਤੇ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਂਦੇ ਨੇ। ਖਾਣ ਵਾਲੀਆਂ ਚੀਜ਼ਾਂ ਨੂੰ ਛੱਡ ਦਿੱਤਾ ਹੈ, 36 ਪ੍ਰਕਾਰ ਦੇ ਪਦਾਰਥਾਂ ਨੂੰ ਛੱਡ ਦਿੱਤਾ। ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਅੰਨਾ ਹੈ ਨਾ, ਅਗਿਆਨੀ ਹੈ। ਜਿਹੜੇ ਅਗਿਆਨੀਆਂ ਤੋਂ ਸਿੱਖਿਆ ਲੈਂਦੇ ਨੇ ਉਹ ਐਸੇ ਕਰਮ ਕਰਦੇ ਨੇ, ਉਹ ਕੁਕਰਮਾਂ ਦੇ ਵਿੱਚ ਪ੍ਰਵਿਰਤ ਰਹਿੰਦੇ ਨੇ। ਮਾਸੋ ਨਿੰਮੇ ਮਾਸੋ ਜੰਮੇ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਮਾਸ ਤੋਂ ਹੀ ਜੀਵ ਨਿਪੰਨਾ ਉਤਪੰਨ ਹੋਇਆ ਹੈ ਤੇ ਮਾਸ ਦੇ ਵਿੱਚ ਹੀ ਜਨਮ ਲਿਆ ਹੈ। ਮਾਸ ਤੋਂ ਹੀ ਜਨਮ ਲਿਆ ਤੇ ਮਾਸ ਦਾ ਹੀ ਇਹ ਸਰੀਰ ਦਾ ਜੋ ਜੀਵ ਦਾ ਸਰੀਰ ਹੈ। ਗਿਆਨ ਧਿਆਨ ਹਮ ਮਾਸਾ ਕੇ ਭਾਂਡੇ, ਅਸੀਂ ਮਾਸ ਦੇ ਹੀ ਭਾਂਡੇ ਹਾਂ, ਕਹਿਣ ਤੋਂ ਭਾਵ ਕਿ ਸਰੀਰ ਰੂਪ ਭਾਂਡਾ ਮਾਸ ਦਾ ਹੀ ਹੈ। ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਕਿਸੇ ਵੀ ਪ੍ਰਕਾਰ ਸਰਗੁਣ ਦਾ ਨਿਰਗੁਣ ਦਾ ਗਿਆਨ ਨਹੀਂ ਤੇ ਧਿਆਨ ਨਹੀਂ ਹੈ, ਤੋ ਗਿਆਨ ਧਿਆਨ ਦੀ ਸੋਝੀ ਨਹੀਂ ਹੈ ਹਿਰਦੇ ਦੇ ਵਿੱਚ। ਨਿਰਗੁਣ ਸਰਗੁਣ ਦੇ ਗਿਆਨ ਧਿਆਨ ਦੀ ਸੋਝੀ ਨਹੀਂ ਹੈ ਤੇ ਇਹ ਪੰਡਤਾ ਆਪਣੇ ਆਪ ਨੂੰ ਚਤੁਰ ਕਹਾਉਂਦਾ ਹੈ ਬਹੁਤਾ ਜ਼ਿਆਦਾ। ਮਾਸ ਪੁਰਾਣੀ ਮਾਸ ਕਤੇਬੀ ਚੌਹ ਜੁਗ ਮਾਸ ਕਮਾਣਾ। ਪੁਰਾਣਾਂ ਦੇ ਵਿੱਚ ਕਤੇਬਾਂ ਦੇ ਵਿੱਚ ਮਾਸ ਦੇ ਸੰਬੰਧ ਦੇ ਵਿੱਚ ਅਨੇਕਾਂ ਹੀ ਪ੍ਰਸੰਗ ਲਿਖੇ ਹੋਏ ਹਨ। ਹਿੰਦੂ ਧਰਮ ਦੇ ਵਿੱਚ ਵੀ ਮਾਸ ਜੋ ਗੈਂਡਾ ਮਾਰ ਕੇ ਹੋਮ ਜੱਗ ਕਰਨਾ ਅਤੇ ਪਸ਼ੂਆਂ ਨੂੰ ਮਾਰ ਕੇ ਜੱਗ ਕਰਨਾ ਤੋਂ ਇਸ ਪ੍ਰਕਾਰ ਲਿਖਿਆ ਹੋਇਆ ਹੈ। ਮੁਸਲਮਾਨੀ ਮਜ਼ਹਬ ਦੇ ਵਿੱਚ ਵੀ ਬੱਕਰਿਆਂ ਛੱਤਿਆਂ ਦੀ ਕੁਰਬਾਨੀ ਦੇਣੀ, ਇਹ ਵੀ ਕਤੇਬਾਂ ਦੇ ਵਿੱਚ ਵੀ ਲਿਖਿਆ ਹੋਇਆ। ਚੌਹ ਯੁਗ ਮਾਸ ਕਮਾਣਾ, ਚੌਹਾਂ ਯੁਗਾਂ ਦੇ ਵਿੱਚ ਜੋ ਮਾਸ ਦੇ ਨਾਲ ਹੀ ਜੱਗ ਕਰਦੇ ਰਹੇ ਹਨ। ਤੋ ਇਸੇ ਹੀ ਤਰ੍ਹਾਂ ਜਦੋਂ ਜੋ ਘੋੜਾ ਖੁੱਲ੍ਹਾ ਛੱਡ ਕੇ ਅਤੇ ਜੋ ਦਿਗ ਵਿਜੈ ਕਰਨ ਵਾਸਤੇ ਰਾਜੇ ਮਹਾਰਾਜੇ ਉਸ ਸਮੇਂ ਵੀ ਜੱਗ ਕਰਦੇ ਸਨ ਤੇ ਉਸ ਸਮੇਂ ਵੀ ਉਹਨਾਂ ਨੇ ਜੋ ਅਨੇਕਾਂ ਪ੍ਰਕਾਰ ਦੇ ਜੱਗ ਕੀਤੇ, ਯੁੱਧ ਕੀਤੇ ਹਨ ਤੇ ਯੱਗ ਕਰਦਿਆਂ ਹੋਇਆਂ ਚੌਹਾਂ ਯੁਗ ਮਾਸ ਕਮਾਣਾ। ਤੋ ਚੌਹਾਂ ਯੁਗਾਂ ਦੇ ਵਿੱਚ ਹੀ ਜੋ ਮਾਸ ਨੂੰ ਹੀ ਜੋ ਮਾਸ ਦੇ ਹੀ ਉਹਨਾਂ ਦੇ ਸਰੀਰ ਸਨ ਅਤੇ ਜੋ ਅਨੇਕਾਂ ਤਰ੍ਹਾਂ ਗੈਂਡੇ ਆਦਿਕ ਨੂੰ ਮਾਰ ਕੇ ਉਹਨਾਂ ਨੇ ਹੋਮ ਜੱਗ ਕੀਤੇ, ਐਸੀਆਂ ਹੀ ਕਮਾਈਆਂ ਕੀਤੀਆਂ ਨੇ ਉਹਨਾਂ ਨੇ। ਜਜ ਕਾਜ ਵਿਆਹੇ ਸੁਹਾਵੈ ਉਥੈ ਮਾਸ ਸਮਾਣਾ। ਜਦੋਂ ਜੱਗ ਹੁੰਦਾ ਹੈ ਉਸ ਸਮੇਂ ਵੀ ਜੋ ਗੈਂਡਾ ਮਾਰ ਕੇ ਤੇ ਆਦਿਕ ਪਸ਼ੂਆਂ ਦੀ ਬਲੀ ਦੇ ਕੇ ਜੋ ਜੱਗ ਕੀਤਾ ਜਾਂਦਾ ਹੈ ਤੇ ਕਾਜ ਜੋ ਅਨੇਕਾਂ ਪ੍ਰਕਾਰ ਦੇ ਜਿਹੜੇ ਕਾਰਜ ਵਿਆਹ ਆਦਿਕ ਦੇ ਜਿਹੜੇ ਕਾਰਜ ਨੇ ਤੇ ਉੱਥੇ ਵੀ ਜੋ ਉਹ ਜਿਹੜੇ ਕਾਰਜ ਨੇ ਰਾਜੇ ਮਹਾਰਾਜਿਆਂ ਦੇ ਕਾਰਜ ਤੇ ਉਹਨਾਂ ਦੇ ਵਿੱਚ ਵੀ ਜੋ ਬਹੁਤਾ ਜ਼ਿਆਦਾ ਜੋ ਮਾਸ ਮੀਟ ਆਦਿਕ ਬਣਦਾ ਹੈ ਜਦੋਂ ਵਿਆਹ ਆਦਿਕ ਹੁੰਦੇ ਹਨ, ਜਦੋਂ ਜੱਗ ਕੀਤਾ ਜਾਂਦਾ ਤੇ ਉਸ ਸਮੇਂ ਵੀ ਜੋ ਮਾਸ ਦੀ ਬਲੀ ਦਿੱਤੀ ਜਾਂਦੀ ਹੈ। ਜੋ ਪਸ਼ੂ ਆਦਿਕ ਹਨ ਉਹਨਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ। ਜੱਜ ਕਾਜ ਵਿਆਹੇ ਸੁਹਾਵੈ। ਹਾਂਜੀ, ਇਸਤਰੀ ਉਥੇ ਮਾਸ ਸਮਾਣਾ, ਉਥੇ ਵੀ ਮਾਸ ਹੀ ਸਮਾਣਾ। ਸਮਾਣਾ ਤੋਂ ਭਾਵ ਜਿੰਨੇ ਜੀਵ ਆਏ ਹੁੰਦੇ ਹਨ ਜੋ
ਜਗ ਦੇ ਉੱਪਰ ਜਦੋਂ ਜਗ ਕੀਤਾ ਜਾਂਦਾ ਏ, ਪੂਜਾ ਕੀਤੀ ਜਾਂਦੀ, ਉਹ ਵੀ ਸਾਰੇ ਜੀਵ ਮਾਸ ਦੇ ਹੀ ਹੁੰਦੇ ਹਨ। ਤੇ ਜਦੋਂ ਵਿਆਹ ਦੇ ਉੱਪਰ ਰਾਜੇ ਮਹਾਰਾਜਿਆਂ ਦੇ ਵਿਆਹਾਂ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਰਾਜੇ ਮਹਾਰਾਜੇ, ਛੋਟੇ ਵੱਡੇ ਰਾਜੇ ਬਹੁਤੇ ਜ਼ਿਆਦਾ ਆਉਂਦੇ ਨੇ, ਉਹ ਵੀ ਮਾਸ ਦੇ ਹੀ ਹਨ। ਉੱਥੇ ਮਾਸ ਸਮਾਣਾ, ਜਿੰਨੇ ਵੀ ਜੋ ਐਸੇ ਜਿਹੜੇ ਕਾਰਜਾਂ ਦੇ ਵਿੱਚ ਸਮਾਏ ਹੁੰਦੇ ਆਏ ਹੁੰਦੇ ਨੇ, ਉਹ ਵੀ ਮਾਸ ਦੇ ਹੀ ਸਾਰੇ ਜੀਵ ਨੇ। ਇਸਤਰੀ ਪੁਰਖ ਨਿਪਜਹਿ ਮਾਸੋ। ਇਸਤਰੀ ਪੁਰਸ਼, ਇਸਤਰੀ ਅਤੇ ਪੁਰਸ਼ ਇਹ ਮਾਸ ਤੋਂ ਹੀ ਨਿਪਜੇ ਉਤਪਨ ਹੁੰਦੇ ਨੇ। ਪਾਤਸ਼ਾਹ ਸੁਲਤਾਨਾ। ਪਾਤਸ਼ਾਹ ਹੋਣ ਜਾਂ ਸੁਲਤਾਨ, ਵੱਡੇ ਛੋਟੇ ਬਾਦਸ਼ਾਹ ਹੋਣ, ਉਹ ਸਾਰੇ ਹੀ ਮਾਸ ਤੋਂ ਹੀ ਪੈਦਾ ਹੁੰਦੇ, ਮਾਸ ਦੇ ਹੀ ਨੇ। ਜੇ ਓਏ ਦਿਸਹਿ ਨਰਕ ਜਾਂਦੇ ਤਾਂ। ਤੋ ਜੇ ਓਏ ਦਿਸਹਿ ਨਰਕ ਜਾਂਦੇ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਰਾਜੇ ਮਹਾਰਾਜੇ ਮਾਸ ਖਾਂਦੇ ਨੇ, ਫਿਰ ਸ਼ਿਕਾਰ ਕਰਦੇ ਨੇ। ਤੋ ਇਤ ਆਦਿਕ ਉਹ ਤੁਹਾਡੀ ਨਿਗਾਹ ਦੇ ਵਿੱਚ ਮੰਨ ਲਈਏ ਕਿ ਤੁਹਾਡੀ ਨਿਗਾਹ ਦੇ ਵਿੱਚ ਮਾਸ ਖਾਣਾ, ਜੀਵ ਘਾਤ ਕਰਨਾ ਪਾਪ ਹੈ। ਤੇ ਇਸਤਰੀ ਪੁਰਖ ਨਿਪਜਹਿ ਮਾਸੋ ਪਾਤਸ਼ਾਹ ਸੁਲਤਾਨਾ। ਸੁਲਤਾਨਾ ਜੇ ਓਏ ਦਿਸਹਿ ਨਰਕ ਜਾਂਦੇ, ਜੇ ਉਹ ਪਾਤਸ਼ਾਹ ਸੁਲਤਾਨ ਰਾਜੇ ਮਹਾਰਾਜੇ ਤੁਹਾਨੂੰ ਇਹ ਦਿਸਦਾ ਹੈ ਕਿ ਉਹ ਨਰਕਾਂ ਦੇ ਵਿੱਚ ਜਾਂਦੇ ਨੇ, ਕਿਉਂਕਿ ਉਹ ਸ਼ਿਕਾਰ ਵੀ ਕਰਦੇ ਨੇ, ਉਹ ਮਾਸ ਖਾਂਦੇ ਵੀ ਨੇ, ਫਿਰ ਜੱਗ ਕਰਨ ਲੱਗਿਆਂ, ਪੁੰਨ ਦਾ ਕੰਮ ਕਰਨ ਲੱਗਿਆਂ, ਪੂਜਾ ਕਰਨ ਲੱਗਿਆਂ ਗੈਂਡੇ ਦੀ ਬਲੀ ਦਿੰਦੇ ਨੇ, ਹੋਰ ਪਸ਼ੂਆਂ ਦੀ ਬਲੀ ਦਿੰਦੇ ਨੇ। ਤੋ ਅਸਮੇਧ ਜੱਗ ਕਰਨ ਲੱਗਿਆਂ ਘੋੜੇ ਦੀ ਬਲੀ ਦਿੰਦੇ ਨੇ। ਤੋ ਇਸ ਆਦਿਕ ਇਹ ਜਿਹੜੇ ਰਾਜੇ ਮਹਾਰਾਜੇ ਨੇ, ਜੇ ਉਹ ਜੇ ਦਿਸਦੇ ਨੇ ਕਿ ਇਹ ਨਰਕ ਜਾਂਦੇ ਨੇ, ਪਾਪ ਕਰਮ ਕਰਨ ਕਰਕੇ, ਜੀਵ ਘਾਤ ਕਰਨ ਕਰਕੇ ਉਹ ਨਰਕਾਂ ਨੂੰ ਜਾਂਦੇ ਨੇ, ਉਨਕਾ ਦਾਨ ਨਾ ਲੈਣਾ। ਫਿਰ ਤੁਹਾਨੂੰ ਉਹਨਾਂ ਦਾ ਦਾਨ ਨਹੀਂ ਲੈਣਾ ਚਾਹੀਦਾ। ਤੁਸੀਂ ਉਹਨਾਂ ਦੇ ਪਾਸੋਂ ਦਾਨ ਲੈਂਦੇ ਹੋ ਨਾ ਪੰਡਤੋ, ਤੋ ਰਾਜਿਆਂ ਦੇ ਹਰੇਕ ਪੰਡਤ ਦੇ ਮਨ ਦੇ ਵਿੱਚ, ਵੱਡੇ ਤੋਂ ਵੱਡੇ ਪੰਡਤ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਮੈਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਉੱਥੇ ਮੈਂ ਉਹਨੂੰ ਧਰਮ ਦੇ ਕਰਮ, ਧਰਮ ਦੇ ਸੰਬੰਧ ਦੇ ਵਿੱਚ ਜੋ ਬਚਨ ਨੇ ਉਹ ਸੁਣਾਵਾਂ, ਵੇਦ ਪੁਰਾਣ ਪੜ੍ਹ ਕੇ ਸੁਣਾਵਾਂ, ਤੇ ਫਿਰ ਰਾਜੇ ਮਹਾਰਾਜੇ ਬਹੁਤਾ ਜ਼ਿਆਦਾ ਦਾਨ ਦੇਣਗੇ। ਤੋ ਇਸ ਪ੍ਰਕਾਰ ਕਈ ਪੰਡਤਾਂ ਨੂੰ ਰਾਜ ਪੰਡਤ ਕਿਹਾ ਜਾਂਦਾ ਹੈ, ਕਿਉਂਕਿ ਉਹ ਰਾਜ ਘਰਾਣੇ ਦੇ ਵਿੱਚ ਜਾ ਕੇ ਉੱਥੇ ਕਥਾ ਕਰਦੇ ਨੇ, ਉੱਥੇ ਵੇਦ ਪੁਰਾਣ ਪੜ੍ਹ ਕੇ ਸੁਣਾਉਂਦੇ ਨੇ, ਪੂਜਾ ਕਰਦੇ ਨੇ, ਜਗ ਹੋਮ ਕਰਦੇ ਨੇ ਉੱਥੇ ਜਾ ਕੇ। ਇਸ ਕਰਕੇ ਉਹਨਾਂ ਨੂੰ ਜੋ ਸ਼ਾਹੀ ਪੰਡਤ ਕਿਹਾ ਜਾਂਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਤੁਹਾਨੂੰ ਦਿਸਦਾ ਹੈ ਕਿ ਉਹ ਨਰਕ ਨੂੰ ਜਾਂਦੇ ਨੇ, ਤੇ ਫਿਰ ਉਹਨਾਂ ਦਾ ਦਾਨ ਤੁਸੀਂ ਕਿਉਂ ਲੈਂਦੇ ਹੋ? ਜੇ ਨਰਕ ਨੂੰ ਜਾਂਦੇ ਨੇ ਤੇ ਉਹਨਾਂ ਦਾ ਦਾਨ ਲੈਣਾ ਨਹੀਂ ਚਾਹੀਦਾ। ਫਿਰ ਦੇਂਦਾ ਨਰਕ ਸੁਰਗ ਲੈਤੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਦੇਂਦਾ ਨਰਕ, ਜਿਹੜਾ ਦਾਨ ਦੇਣ ਵਾਲਾ ਰਾਜਾ ਹੈ, ਜਿਹੜੇ ਦਾਨ ਦੇਣ ਵਾਲੇ ਤੁਹਾਡੇ ਜਜਮਾਨ ਨੇ, ਉਹਨਾਂ ਨੂੰ ਕਹਿੰਦੇ ਹੋ ਕਿ ਨਰਕਾਂ ਦੇ ਵਿੱਚ ਜਾਂਦੇ ਹੋ, ਸੁਰਗ ਲੈਂਦੇ। ਤੇ ਜਿਹੜਾ ਦਾਨ ਲੈਣ ਵਾਲੇ ਤੁਸੀਂ ਪੰਡਤੋਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਸੁਰਗਾਂ ਦੇ ਵਿੱਚ ਜਾਵਾਂਗੇ। ਦੇਖੋ ਇਹੋ ਧਿਆਣਾ। ਧਿਆਣਾ, ਗੰਗਾ ਧਿਆਣਾ, ਦੇਖੋ ਇਹੋ ਧਿਆਣਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਦੇਖੋ ਇਹ ਧੱਕੇਸ਼ਾਹੀ ਹੈ, ਧੱਕੇਸ਼ਾਹੀ ਹੈ, ਪ੍ਰਤੱਖ ਰੂਪ ਦੇ ਵਿੱਚ ਬੇਅਨਿਆਈ ਹੈ। ਦੇਖੋ ਇਹੋ ਧਿਆਣਾ, ਦੇਖੋ ਕਿੰਨੀ ਧੱਕੇ ਵਾਲੀ ਗੱਲ ਹੈ। ਜਦੋਂ ਦਾਨ ਲੈਣਾ ਹੁੰਦਾ ਤੇ ਉਸ ਸਮੇਂ ਤਾਂ ਉਹ ਰਾਜੇ ਪੁੰਨੀ ਬਣ ਜਾਂਦੇ ਨੇ। ਜਦੋਂ ਜਿਹੜੇ ਤੁਸੀਂ ਦਾਨ, ਜਿਨ੍ਹਾਂ ਕੋਲੋਂ ਦਾਨ ਲੈਣਾ, ਉਹ ਜੋ ਪਾਪ ਕਰਮੀ ਨੇ, ਤੇ ਜਦੋਂ ਜਿਹੜੇ ਦਾਨ ਲੈਣ ਵਾਲੇ ਨੇ, ਤੁਸੀਂ ਬ੍ਰਾਹਮਣ ਹੋ ਤੇ ਤੁਸੀਂ ਆਪਣੇ ਆਪ ਨੂੰ ਪੁੰਨਵਾਨ ਕਹਾਉਂਦੇ ਹੋ। ਤੋ ਇਸ ਪ੍ਰਕਾਰ ਜੇ ਦਿੰਦੇ ਨਰਕ, ਦਾਨ ਦੇਣ ਵਾਲੇ ਨਰਕਾਂ ਦੇ ਵਿੱਚ ਪੈਂਦੇ ਨੇ ਤੇ ਦਾਨ ਲੈਣ ਵਾਲੇ ਸੁਰਗਾਂ ਦੇ ਵਿੱਚ। ਇਹ ਐਸਾ ਕੀ ਤੁਸੀਂ ਇਹ ਵਿਧੀ ਵਿਧਾਨ ਬਣਾਇਆ ਹੋਇਆ? ਤੋ ਦੇਖੋ ਇਹੋ ਧਿਆਣਾ, ਦੇਖੋ ਕਿੰਨੇ ਧੱਕੀ ਵਾਲੀ ਗੱਲ ਹੈ। ਵੈਸੇ
ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜੇ ਉਹ ਇਹ ਦਿਸਹਿ ਨਰਕ ਜਾਂਦੇ, ਜੇ ਤੁਹਾਨੂੰ ਦਿਸਦਾ ਹੈ ਕਿ ਉਹ ਨਰਕਾਂ ਨੂੰ ਜਾਂਦੇ ਨੇ ਤਾਂ ਤਿਨਕਾ ਦਾਨ ਕਿਉਂ ਲੈਣਾ, ਉਹਨਾਂ ਦਾ ਦਾਨ ਕਿਉਂ ਲੈਂਦੇ ਹੋ? ਜਿਹੜੇ ਨਰਕਾਂ ਨੂੰ ਜਿਹੜੇ ਪਾਪ ਕਰਮੀ ਹੋਣ ਨਾ, ਉਹਨਾਂ ਦਾ ਜੇ ਦਾਨ ਲਈਏ ਤੇ ਆਪਾਂ ਨੂੰ ਵੀ ਪਾਪ ਲੱਗਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦੀ ਸਾਖੀ ਆਉਂਦੀ ਹੈ, ਜੋ ਇੱਕ ਦਿਨ ਹੀ ਪਾਪੀ ਪੁਰਸ਼ਾਂ ਦੇ ਘਰ ਦੇ ਵਿੱਚੋਂ ਸਿੱਧਾ ਲਿਆਂਦਾ ਸੀ ਤੇ ਭਗਤ ਰਾਮਾਨੰਦ ਜੀ ਦੀ ਬਿਰਤੀ ਨਾ ਲੱਗੀ। ਤੇ ਜਦੋਂ ਬਿਰਤੀ ਨਾ ਲੱਗੀ ਤੇ ਭਗਤ ਰਾਮਾਨੰਦ ਜੀ ਨੇ ਪਹਿਲਾਂ ਰੋਕਿਆ ਹੋਇਆ ਸੀ। ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿ ਪਿਛਲੇ ਜਨਮ ਦੇ ਵਿੱਚ ਸਨ ਜਦੋਂ ਭਗਤ ਰਵਿਦਾਸ ਜੀ, ਤੇ ਜਦੋਂ ਰਵਿਦਾਸ ਜੀ ਨੂੰ ਪੁੱਛਿਆ, ਰਵਿਦਾਸ ਜੀ ਨੇ ਪਿਛਲੇ ਜਨਮ ਦੇ ਵਿੱਚ ਹੀ ਦੱਸਿਆ ਕਿ ਜਿਨ੍ਹਾਂ ਦੇ ਘਰ ਦੇ ਵਿੱਚੋਂ ਤੁਸੀਂ ਦਾਨ ਲੈਣ ਤੋਂ ਰੋਕਿਆ ਸੀ ਨਾ, ਅੱਜ ਮੀਂਹ ਪੈਂਦਾ ਸੀ, ਮੈਂ ਦੂਰ ਨਾ ਜਾ ਸਕਿਆ ਤੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਭੋਜਨ ਲਿਆਂਦਾ ਏ, ਇਸ ਕਰਕੇ ਤੁਹਾਡੀ ਬਿਰਤੀ ਨਹੀਂ ਲੱਗਦੀ। ਤੋ ਗੁਰੂ ਕੇ ਪਿਆਰਿਓ, ਇਤਿਹਾਸ ਦੇ ਵਿੱਚ ਆਉਂਦਾ ਕਿ ਸਵਾਮੀ ਰਾਮਾਨੰਦ ਜੀ ਨੇ ਸ਼ਰਾਪ ਦੇ ਦਿੱਤਾ ਸੀ, ਕਿਹਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਜਾ ਕੇ ਜਨਮ ਲੈ, ਐਸੇ ਨੀਚਾਂ ਦੇ ਘਰ ਦੇ ਵਿੱਚ ਹੀ ਜਾ ਕੇ ਜਨਮ ਲੈ। ਇਸ ਕਰਕੇ ਜੋ ਭਗਤ ਰਵਿਦਾਸ ਜੀ ਨੂੰ ਦੂਸਰਾ ਜਨਮ ਧਾਰਨ ਕਰਨਾ ਪਿਆ। ਤੋ ਕਹਿਣ ਤੋਂ ਭਾਵ ਕਿ ਜੈਸਾ ਅੰਨ ਤੈਸਾ ਮਨ, ਜੇ ਪਾਪੀਆਂ ਦੇ ਘਰ ਦਾ ਅੰਨ ਛਕੀਏ ਤੇ ਬਿਰਤੀ ਟੁੱਟਦੀ ਹੈ ਨਾਮ ਸਿਮਰਨ ਦੇ ਨਾਲੋਂ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਕਿ ਜੇ ਪਾਪ ਕਰਮ ਕਰਨ ਵਾਲੇ ਜੇ ਤੁਹਾਨੂੰ ਦਿਸਦੇ ਨੇ ਕਿ ਉਹ ਨਰਕਾਂ ਨੂੰ ਜਾਂਦੇ ਤੇ ਉਹਨਾਂ ਦਾ ਦਾਨ ਤੁਸੀਂ ਕਿਉਂ ਲੈਂਦੇ ਹੋ? ਦਾਨ ਲੈਣ ਲੱਗਿਆ ਤਾਂ ਲਾਲਚ ਕਰ ਲੈਂਦੇ ਹੋ। ਦੂਜੇ ਪਾਸੇ ਦਿਨ ਦਾ ਨਰਕ, ਦਾਨ ਦੇਣ ਵਾਲਾ ਨਰਕਾਂ ਨੂੰ ਜਾਂਦਾ ਹੈ ਤੇ ਸੁਰਗ ਲੈਂਦੇ, ਜਿਹੜੇ ਲੈਣ ਵਾਲੇ ਨੇ ਦਾਨ, ਉਹ ਕਹਿੰਦੇ ਅਸੀਂ ਸੁਰਗਾਂ ਨੂੰ ਕਿਵੇਂ ਚਲੇ ਜਾਵਾਂਗੇ? ਕਿਵੇਂ ਚਲੇ ਜਾਓਗੇ ਤੁਸੀਂ? ਜਿਨ੍ਹਾਂ ਦਾ ਦਾਨ ਖਾਂਦੇ ਹੋ, ਜਿਨ੍ਹਾਂ ਦਾ ਦਾਨ ਲੈ ਕੇ ਖਾਂਦੇ ਹੋ ਤਾਂ ਨਰਕਾਂ ਦੇ ਵਿੱਚ ਜਾਂਦੇ ਹੋ, ਤੁਸੀਂ ਕਿਵੇਂ ਸੁਰਗਾਂ ਨੂੰ ਜਾਓਗੇ? ਦੇਖੋ ਇਹੋ ਧਿੰਗਾਣਾ, ਇਹ ਧਿੰਗਾਣਾ ਧੱਕੇ ਦੀ ਗੱਲ ਹੀ ਹੈ, ਧੱਕੇਸ਼ਾਹੀ ਹੈ, ਬੇਅਨਿਆਈ ਹੈ, ਇਹ ਜਾਣ ਲਓ। ਆਪ ਨਾ ਬੁਝੈ ਲੋਕ ਬੁਝਾਏ, ਆਪ ਤਾਂ ਤੂੰ ਹੁਣ ਤੱਕ ਗਿਆਨ ਨੂੰ ਸਮਝਿਆ ਨਹੀਂ ਹੈ, ਲੋਕਾਂ ਨੂੰ ਸਮਝਾਉਂਦਾ ਫਿਰਦਾ ਹੈ। ਪੰਡਤਾ ਪਾਂਡੇ ਖਰਾ ਸਿਆਣਾ, ਪੰਡਤਾ ਤੂੰ ਬਹੁਤਾ ਜ਼ਿਆਦਾ ਸਿਆਣਾ ਬਣ ਕੇ ਬੈਠਦਾ ਹੈ। ਪਾਂਡੇ ਤੂੰ ਜਾਣੈ ਹੀ ਨਾਹੀ, ਇਹ ਪੰਡਤਾ ਤੂੰ ਜਾਣਦਾ ਹੀ ਨਹੀਂ ਹੈ। ਕਿੱਥੋਂ ਮਾਸ ਉਪੰਨਾ, ਕਿੱਥੋਂ ਮਾਸ ਪੈਦਾ ਹੋਇਆ ਹੈ? ਤੋਯਹੁ ਅੰਨ ਕਮਾਦ ਕਪਾਹਾ, ਤੋਇਹੋਂ ਅੰਨ ਕਮਾਦ ਕਪਾਹਾ, ਤੋਇਹੋਂ ਪਾਣੀ ਤੋਂ ਅੰਨ ਪੈਦਾ ਹੋਇਆ ਏ ਤੇ ਕਮਾਦ ਤੇ ਕਪਾਹ ਇਹ ਪਾਣੀ ਤੋਂ ਹੀ ਪੈਦਾ ਹੋਏ ਨੇ। ਤੋਯਹੁ ਤ੍ਰਿਭਵਨ ਗੰਨਾ, ਤੋਏ ਤੋਂ ਪਾਣੀ ਤੋਂ ਹੀ ਜੋ ਗੰਨਾ ਪੈਦਾ ਹੋਇਆ ਤੇ ਤਿੰਨਾਂ ਭਵਨਾਂ ਦੇ ਵਿੱਚ ਪਾਣੀ ਵਰਤਿਆ ਜਾਂਦਾ ਹੈ। ਤੁਆ ਆਖੈ ਹੋ ਬਹੁ ਬਿਦ, ਇਸੇ ਹੀ ਤਰ੍ਹਾਂ ਤਿੰਨਾਂ ਭਵਨਾਂ ਦੇ ਜਿਹੜੇ ਲੋਕ ਹਨ ਇਹ ਪਾਣੀ ਤੋਂ ਪੈਦਾ ਹੋਏ ਹਨ। ਤੁਐ ਬਹੁਤ ਬੇਕਾਰਾ, ਤੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜੋ ਪਾਣੀ ਹੈ ਨਾ, ਇਹਦੇ ਤੋਂ ਅਨੇਕਾਂ ਵਿਕਾਰ ਵੀ ਪੈਦਾ ਹੁੰਦੇ ਨੇ। ਏਤੇ ਰਸ ਛੋੜ ਹੋਵੇ ਸੰਨਿਆਸੀ, ਤੋਏ ਨੂੰ ਬਹੁਤ ਜ਼ਿਆਦਾ ਬੇਕਾਰ ਵੀ ਕਿਹਾ ਜਾਂਦਾ ਹੈ। ਤੇ ਹਾਂਜੀ, ਏਤੇ ਰਸ ਛੋੜ ਹੋਵੇ ਸੰਨਿਆਸੀ, ਇੰਨੇ ਰਸ ਜਿੰਨੇ ਰਸ ਪਾਣੀ ਤੋਂ ਪੈਦਾ ਹੁੰਦੇ ਹਨ, ਅੰਨ ਕਮਾਦ ਕਪਾਹ, ਤੇ ਇਹਨਾਂ ਸਾਰੇ ਰਸਾਂ ਨੂੰ ਛੱਡ ਕੇ ਜੇ ਸੰਨਿਆਸ ਧਾਰਨ ਕਰ ਲੈਣਾ ਕਰੇ। ਨਾਨਕ ਕਹਿ ਵਿਚਾਰਾ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਏਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹਿ ਵਿਚਾਰਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਹ ਵਿਚਾਰਾ ਜੀਵ ਇੰਨੇ ਰਸਾਂ ਨੂੰ ਛੱਡ ਕੇ ਸੰਨਿਆਸ ਕਿਸ ਪ੍ਰਕਾਰ ਧਾਰਨ ਕਰ ਲਵੇਗਾ, ਕਿਉਂਕਿ ਪੇਟ ਪੂਰਤੀ ਤੋਂ ਬਿਨਾਂ ਜੀਵਨ ਨਹੀਂ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸਹੀ ਤਾਂ ਇਹ ਹੈ ਕਿ ਵਿਕਾਰ ਕਰਮਾਂ ਨੂੰ ਛੱਡ ਕੇ, ਬੁਰੇ ਕਰਮਾਂ ਨੂੰ ਛੱਡ ਕੇ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਚਾਹੀਦੀ ਹੈ। ਜੇ ਬਾਹਰੀ ਤੌਰ ਤੇ ਮਾਸ ਖਾਣਾ ਤਾਂ ਤਿਆਗ ਦਿੱਤਾ ਹੈ, ਪਰ ਜੀਵਾਂ ਦਾ
ਲਹੂ ਨਿਚੋੜਨਾ ਨਹੀਂ ਛੱਡਿਆ, ਭਾਵ ਕਿ ਜੀਵਾਂ ਦੇ ਨਾਲ ਧੋਖੇਬਾਜ਼ੀਆਂ ਦਗੇਬਾਜ਼ੀਆਂ ਕਰਨੀਆਂ ਨਹੀਂ ਛੱਡੀਆਂ, ਨਹੀਂ ਤਿਆਗੀਆਂ, ਤੇ ਫਿਰ ਬਹੁਤਾ ਜ਼ਿਆਦਾ ਵੱਡਾ ਲਾਭ ਨਹੀਂ ਹੋਵੇਗਾ। ਇਸ ਕਰਕੇ ਪ੍ਰਮਾਤਮਾ ਵਾਹਿਗੁਰੂ ਜੀ ਤੋਂ ਡਰ ਕੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਚਾਹੀਦੀ ਹੈ। ਬੰਦਗੀ ਕਰਦਿਆਂ ਹੋਇਆਂ ਜੋ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਡਰ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੀਏ, ਜਿਸ ਕਰਕੇ ਜੀਵਨ ਸਫਲ ਹੋ ਸਕੇਗਾ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਮਹਾਨ ਉਪਦੇਸ਼ ਬਖਸ਼ਿਆ ਏ, ਜੋ ਮਾਸ ਦੇ ਸੰਬੰਧ ਦੇ ਵਿੱਚ ਮਹਾਂਪੁਰਖਾਂ ਨੇ ਅਨੇਕਾਂ ਹੀ ਬਚਨ ਕੀਤੇ ਹਨ, ਤੇ ਉਹ ਸਰਵਣ ਕਰੀਏ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਹਨ। ਸ਼ਬਦ ਤੋਂ ਥੱਲੇ ਜੋ ਲਿਖਿਆ ਹੋਇਆ ਉਹ ਸਾਰਾ ਪੜ੍ਹ ਕੇ ਸੁਣਾਓ ਜੀ। ਇਸ ਕਰਕੇ ਹੇ ਪੰਡਤੋ, ਤੁਸੀਂ ਵੀ ਬ੍ਰਹਮ ਦੀ ਵਿਚਾਰ ਵਿੱਚ ਆਵੋ। ਵਿਚਾਰ ਦਾ ਸਿੱਟਾ ਤਾਂ ਇਹ ਹੈ ਕਿ ਮਾਸ ਨਾਲੋਂ ਵੀ ਭੈੜੀਆਂ ਕਰਤੂਤਾਂ ਛੱਡੋ, ਫੇਰ ਤਾਂ ਤੁਹਾਡਾ ਮਾਸ ਛੱਡਿਆ ਵੀ ਸਫਲਾ ਹੈ, ਨਹੀਂ ਤਾਂ ਮਾਸ ਖਾਣ ਵਾਲਿਆਂ ਨਾਲੋਂ ਵੀ ਭੈੜੇ ਹੋ। ਬੇਸ਼ੱਕ ਤੁਸੀਂ ਆਪਣੇ ਆਪ ਨੂੰ ਵੈਸ਼ਨਵ ਕਹਾਵੋ, ਪਰ ਕਰਤਾ ਪੁਰਖ ਨੂੰ ਪ੍ਰਵਾਨਿਕ ਨਹੀਂ ਹੋਵੋਗੇ। ਇਸ ਸ਼ਲੋਕ ਦੇ ਸਿਧਾਂਤ ਨੂੰ ਕੋਈ ਵੀ ਨਿਰਪੱਖ ਹੋ ਕੇ ਜੇਕਰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਕਿਤੇ ਵੀ ਮਾਸ ਖਾਣ ਦੀ ਗੱਲ ਸਿੱਧ ਨਹੀਂ ਹੁੰਦੀ। ਜੋ ਮਾਸ ਖਾਣ ਦਾ ਵਿਰੋਧ ਕਰਨ ਵਾਲੇ ਪੰਡਤ ਸਨ, ਉਹ ਵੇਦਾਂ ਸ਼ਾਸਤਰਾਂ ਅਨੁਸਾਰ ਜੀਵਾਂ ਦੀ ਬਲੀ ਦੇ ਕੇ ਉਸ ਮਾਸ ਨੂੰ ਖਾਣਾ ਤਾਂ ਚੰਗਾ ਸਮਝਦੇ ਹਨ, ਉਂਝ ਦਿਖਾਵੇ ਮਾਤਰ ਵਿਰੋਧ ਕਰਦੇ ਸਨ। ਸਤਿਗੁਰਾਂ ਨੇ ਉਹਨਾਂ ਨੂੰ ਮਾਸ ਖਾਣ ਅਤੇ ਮਾਸ ਤੋਂ ਕਿਤੇ ਵਧੇਰੇ ਕੁਕਰਮ ਕਰਨ ਤੋਂ ਵਰਜਣ ਦੀ ਗੱਲ ਸਿੱਧ ਕੀਤੀ ਹੈ। ਸਿੱਖ ਜਗਤ ਵਿੱਚ ਦੋ ਪੱਖ ਹਨ, ਇੱਕ ਗੁਰੂ ਸਾਹਿਬ ਜੀ ਦੀ ਆਪਣੀ ਅੰਮ੍ਰਿਤਮਈ ਬਾਣੀ ਦਾ ਪੱਖ ਅਤੇ ਦੂਸਰਾ ਇਤਿਹਾਸ ਦਾ ਪੱਖ ਹੈ। ਜਦੋਂ ਅਸੀਂ ਇਤਿਹਾਸ ਦਾ ਪੱਖ ਲੈਂਦੇ ਹਾਂ ਤਾਂ ਇਤਿਹਾਸ ਵਿੱਚ ਇਹ ਗੱਲ ਬਿਲਕੁਲ ਹੀ ਸਾਫ਼ ਹੈ। ਤਵਾਰੀਖ ਦੇ ਵਿੱਚ ਕੁਰੂਕਸ਼ੇਤਰ ਦੀ ਵਾਰਤਾ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਦੇਗਚੇ ਵਿੱਚੋਂ ਮਾਸ ਦੇ ਥਾਂ ਖੀਰ ਨਿਕਲਣ ਦੀ ਗੱਲ ਲਿਖੀ ਹੈ, ਅਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਵੀ ਉਸ ਦੇਗਚੇ ਵਿੱਚੋਂ ਖੀਰ ਨਿਕਲਣਾ ਹੀ ਦੱਸਿਆ ਹੈ। ਜੈਸਾ ਕਿ ਸੁਨ ਕਰ ਬੋਲੇ ਗੁਨੀ ਗਹੀਰਾ, ਹਮ ਤੋ ਧਰੀ ਦੇਗ ਮਹਿ ਖੀਰਾ। ਅਧਿਆਏ 7 ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ। ਤੀਸਰਾ ਪ੍ਰਮਾਣ ਸਿੱਖ ਜਗਤ ਦਾ ਸਭ ਤੋਂ ਪਹਿਲਾ ਇਤਿਹਾਸਕ ਗ੍ਰੰਥ ਜਨਮ ਸਾਖੀ ਭਾਈ ਬਾਲੇ ਵਾਲੀ ਹੈ। ਉਸ ਦੇ ਪੰਨਾ 331 ਤੇ ਕੁਰੂਕਸ਼ੇਤਰ ਤੇ ਹੋਈ ਵਾਰਤਾ ਦਾ ਹਵਾਲਾ ਇਹੋ ਹੈ ਕਿ ਜਦੋਂ ਸਾਰੇ ਬ੍ਰਾਹਮਣ ਸੰਨਿਆਸੀ ਖੱਟ ਦਰਸ਼ਨੀ ਗੁਰੂ ਜੀ ਦੇ ਚਰਨੀ ਆ ਪਏ ਤਾਂ ਉਸ ਵੇਲੇ ਦੇਗਚੇ ਵਿੱਚੋਂ ਖੀਰ ਨਿਕਾਲੀ, ਜੋ ਰਾਜਕੁਮਾਰ ਦੇ ਹੱਥੋਂ ਵਰਤਾਈ ਤੇ ਉਸ ਦਾ ਬ੍ਰਹਮ ਭੋਜ ਸੰਪੂਰਨ ਕੀਤਾ। ਉਸ ਦੇ ਅੱਖਰ ਇਸ ਪ੍ਰਕਾਰ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਿਹਾ, ਨਾਮ ਜਪੋ ਤੁਹਾਡਾ ਭਲਾ ਹੋਵੇਗਾ ਤੇ ਰਾਜ ਵੀ ਤੁਹਾਨੂੰ ਮਿਲੇਗਾ। ਇਤਨੇ ਚਿਰ ਨੂੰ ਗ੍ਰਹਿਣ ਹਟ ਗਿਆ ਤਾਂ ਸਭ ਖੱਟ ਦਰਸ਼ਨ ਕੋ ਪੰਗਤ ਲਗਾਏ ਕੇ ਉਸੀ ਦੇਗ ਤੇ ਤਸਮਈ ਨਿਕਾਲ ਉਸ ਰਾਜਕੁਮਾਰ ਕੇ ਹੱਥੀਂ ਛਕਾਈ ਤੇ ਵਿਦਾ ਕੀਤਾ। ਉਹ ਦੋਵੇਂ ਗੁਰੂ ਜੀ ਦੇ ਸਿੱਖ ਹੋਏ। ਇਹਨਾਂ ਇਤਿਹਾਸਕ ਹਵਾਲਿਆਂ ਤੋਂ ਇਹ ਗੱਲ ਸਿੱਧ ਹੋਈ ਕਿ ਜੇ ਗੁਰੂ ਸਾਹਿਬ ਜੀ ਨੂੰ ਮਾਸ ਪ੍ਰਵਾਨ ਹੁੰਦਾ ਤਾਂ ਖੀਰ ਬਣਾਉਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪੰਡਤ ਤਾਂ ਆਪ ਜੀ ਦੇ ਤੇਜ ਪ੍ਰਤਾਪ ਅੱਗੇ ਹਾਰ ਹੀ ਚੁੱਕੇ ਸਨ। ਰਾਜਕੁਮਾਰ ਜਗਤ ਰਾਏ ਨੇ ਭਾਵੇਂ ਦੇਗਚੇ ਵਿੱਚ ਮਾਸ ਹੀ ਪਾਇਆ ਸੀ, ਪਰ ਜੇਕਰ ਗੁਰੂ ਜੀ ਨੇ ਸਿੱਖਾਂ ਨੂੰ ਮਾਸ ਖਾਣ ਦੀ ਆਦਤ ਪਾਉਣੀ ਹੁੰਦੀ ਤਾਂ ਦੇਗਚੇ ਵਿੱਚੋਂ ਮਾਸ ਹੀ ਖਾਣ ਵਾਸਤੇ ਬਾਹਰ ਕੱਢਿਆ ਜਾਂਦਾ, ਫਿਰ ਖੀਰ ਬਣਾਉਣ ਦੀ ਕੀ ਲੋੜ ਸੀ। ਗੁਰੂ ਜੀ ਨੇ ਆਪਣੀ ਸ਼ਕਤੀ ਦੁਆਰਾ ਜੋ ਮਾਸ ਤੋਂ ਖੀਰ ਬਣਾਈ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਮੇਰੇ ਸਿੱਖ ਮਾਸ ਖਾਣ ਨਾਲ ਨਾ ਜੁੜਨ। ਜੋ ਕੁਦਰਤੀ ਮਨੁੱਖੀ ਜਾਮੇ ਲਈ ਸਾਗ ਅੰਨ ਆਦਿ ਜਿਸ ਦਾ ਜ਼ਿਕਰ ਪਿੱਛੇ ਸ਼ਬਦ ਵਿੱਚ ਵੀ ਕਰ ਆਏ ਹਨ, ਉਹੀ ਖਾਣ ਵਾਸਤੇ ਪਦਾਰਥ ਦਿੱਤਾ ਹੈ। ਕੁਝ ਸ਼ੰਕਾਵਾਦੀ ਨਾਸਤਿਕਤਾ ਦੇ ਪ੍ਰਭਾਵ ਹੇਠ ਆ ਕੇ ਇਤਿਹਾਸ ਤੋਂ ਮੁਨਕਰ ਹੁੰਦੇ ਜਾ ਰਹੇ ਹਨ। ਜੇਕਰ ਉਹ ਕਹਿਣ ਕਿ ਅਸੀਂ ਇਤਿਹਾਸ ਦੀ ਗੱਲ ਨਹੀਂ ਮੰਨਦੇ
ਬਲਕਿ ਗੁਰਬਾਣੀ ਦੀ ਗੱਲ ਮੰਨਦੇ ਹਾਂ ਤਾਂ ਫਿਰ ਅਸੀਂ ਦੂਸਰਾ ਪੱਖ ਗੁਰੂ ਸਾਹਿਬ ਜੀ ਦੀ ਆਪਣੀ ਰਚਨਾ ਅਨੁਸਾਰ ਪ੍ਰਮਾਣ ਦਿੰਦੇ ਹਾਂ। ਉਹ ਪੱਖ ਇਹ ਹੈ ਕਿ ਕਿਸੇ ਆਮ ਸਾਧਾਰਨ ਮਨੁੱਖ ਦੀ ਰਚਨਾ ਵੱਲ ਵੀ ਦੇਖੀਏ ਤਾਂ ਆਪਣੀ ਰਚਨਾ ਵਿੱਚ ਦੋ ਪੱਖੀ ਗੱਲ ਜੋ ਇੱਕ ਦੂਜੀ ਗੱਲ ਨੂੰ ਕੱਟਦੀ ਹੋਵੇ ਉਹ ਕਦੇ ਨਹੀਂ ਕਰਦਾ। ਸਤਿਗੁਰੂ ਜੀ ਨੇ ਜੋ ਬਾਣੀਆਂ ਦਾ ਮੁੱਢ ਪ੍ਰਥਮ ਬਾਣੀ ਸ੍ਰੀ ਜਪਜੀ ਸਾਹਿਬ ਦੀ 18ਵੀਂ ਪੌੜੀ ਵਿੱਚ ਅਸੰਖ ਸ਼ਬਦ ਲਾ ਕੇ ਕਿ ਬੇਗਿਣਤ ਲੋਕ ਮੂਰਖ ਹਨ, ਬੇਗਿਣਤ ਲੋਕ ਚੋਰ ਹਨ, ਬੇਗਿਣਤ ਲੋਕ ਹਰਾਮ ਦਾ ਖਾਣ ਵਾਲੇ ਹਨ। ਹੁਣ ਹਰਾਮ ਦਾ ਖਾਣਾ ਉਹ ਹੁੰਦਾ ਹੈ ਜਿਸ ਵਿੱਚ ਆਪਣਾ ਕੋਈ ਹੱਕ ਨਹੀਂ ਹੁੰਦਾ। ਚੋਰੀ, ਠੱਗੀ, ਹੇਰਾ ਫੇਰੀ ਜਾਂ ਰਿਸ਼ਵਤਖੋਰੀ ਆਦਿ ਕਿਸੇ ਤਰੀਕੇ ਨਾਲ ਵੀ ਦੂਸਰੇ ਦਾ ਹੱਕ ਮਾਰਨਾ ਤੇ ਆਪ ਖਾਣਾ ਇਹ ਹਰਾਮ ਦਾ ਖਾਣਾ ਹੁੰਦਾ ਹੈ। ਉਸੇ ਪੌੜੀ ਵਿੱਚ ਸਤਿਗੁਰੂ ਜੀ ਕਥਨ ਕਰਦੇ ਹਨ, ਜੈਸਾ ਕਿ ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਅਰਥਾਤ ਜੀਵਾਂ ਦੇ ਗਲ ਵੱਢਣ ਨੂੰ ਹੱਤਿਆ ਕਹਿ ਰਹੇ ਹਨ। ਇਸ ਲਿਹਾਜ਼ ਨਾਲ ਜੀਵਾਂ ਨੂੰ ਮਾਰਨ ਵਾਲਾ ਹੱਤਿਆਰਾ ਹੋਇਆ, ਉਸ ਹੱਤਿਆਰੇ ਨੂੰ ਫਿਰ ਪਾਪ ਕਰਨ ਵਾਲਾ ਪਾਪੀ ਆਖ ਰਹੇ ਹਨ। ਇਸ ਇੱਕੋ ਹੀ ਪ੍ਰਮਾਣ ਨਾਲ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਜੀ ਮਾਸ ਖਾਣ ਦੇ ਪੱਖ ਵਿੱਚ ਆਪਣੀ ਪਹਿਲੀ ਰਚਨਾ ਤੋਂ ਉਲਟ ਕਦੇ ਕੋਈ ਗੱਲ ਕਰ ਹੀ ਨਹੀਂ ਸਕਦੇ ਸਨ। ਇਸ ਲਈ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸੰਪੂਰਨ ਗੁਰਬਾਣੀ ਅੰਦਰ ਕਿਤੇ ਵੀ ਸਤਿਗੁਰਾਂ ਨੇ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ, ਬਲਕਿ ਮਾਸ ਨਾ ਖਾਣ ਦੀਆਂ ਅਨੇਕਾਂ ਤੁਕਾਂ ਗੁਰਬਾਣੀ ਵਿੱਚ ਅੰਕਿਤ ਹਨ ਜੋ ਪ੍ਰਮਾਣ ਦੇ ਤੌਰ ਤੇ ਅੱਗੇ ਦੇ ਰਹੇ ਹਨ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ। ਅੱਗੇ ਹੋਰ ਵੀ ਪੰਕਤੀਆਂ ਦਾ ਜ਼ਿਕਰ ਮਹਾਰਾਜ ਜੀ ਗੁਰਬਾਣੀ ਚ ਕਰਦੇ ਨੇ। ਤੀਸਰੇ ਸਤਿਗੁਰੂ ਜੀ ਤੋਂ ਲੈ ਕੇ 6ਵੇਂ ਸਤਿਗੁਰੂ ਜੀ ਤੱਕ 4 ਸਤਿਗੁਰਾਂ ਦੀ ਸੰਗਤ ਕਰਨ ਵਾਲੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਮਾਸ ਨਾ ਖਾਣ ਦੇ ਸੰਬੰਧ ਵਿੱਚ ਆਪਣੀਆਂ 12 ਅੰਦਰ ਜੋ ਲਿਖਦੇ ਹਨ, ਜੇਕਰ ਉਹ ਗਲਤ ਹੁੰਦਾ ਤਾਂ ਸਤਿਗੁਰੂ ਜੀ ਜ਼ਰੂਰ ਟੋਕ ਦਿੰਦੇ ਕਿ ਤੂੰ ਸਾਡੇ ਸਿਧਾਂਤ ਤੋਂ ਉਲਟ ਲਿਖ ਦਿੱਤਾ ਹੈ। ਪਰ ਇਹ ਗੱਲ ਹੈ ਹੀ ਨਹੀਂ ਸੀ, ਕਿਉਂਕਿ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਜਿਵੇਂ ਹੋਰ ਗੂੜ ਸਿਧਾਂਤਾਂ ਦੇ ਜ਼ਰੀਏ ਭਾਈ ਗੁਰਦਾਸ ਜੀ ਦੀ ਬਾਣੀ ਰੂਪੀ ਕੁੰਜੀ ਖੋਲਦੀ ਹੈ, ਤਿਵੇਂ ਗੁਰਬਾਣੀ ਅੰਦਰ ਆਏ ਮਾਸ ਦੇ ਪ੍ਰਕਰਣ ਨੂੰ ਵੀ ਭਾਈ ਸਾਹਿਬ ਜੀ ਨੇ ਵਾਰਾ ਅੰਦਰ ਸਿੱਧ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।